वाह 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 बैसाखी वाला दिन है बैसाखी वाला इस गाड़ साहिब बिखे हो दिन है बैसाखी वाला दिन है बैसाखी वाला इस गाड़ साहिब बिखे जी दिन है बैसाखी वाला दिन है बैसाखी वाला इस गाड़ साहिब बिखे जी बखरा ही बखराही कौतक रचाया दशमेश ने बखराही कौतक रचाया दशमेश ने
ਦੇਣ ਵਾਲੇ ਪੰਜੇ ਸੀਸ ਦੇਣ ਵਾਲੇ ਪੰਜੇ ਸੀਸ ਦੇਣ ਵਾਲੇ ਪੰਜੇ ਗੁਰਾਂ ਦੇ ਪਿਆਰੇ ਬਣੇ ਹਾਂ ਜੀ ਸੀਸ ਦੇਣ ਵਾਲੇ ਪੰਜੇ ਗੁਰਾਂ ਦੇ ਪਿਆਰੇ ਬਣੇ ਹਾਂ ਇਹ ਖਾਸ ਰੂਪ ਮੇਰਾ ਖਾਸ ਰੂਪ ਮੇਰਾ ਹੋਰ ਮਾਇਆ ਦਸਮੇਸ਼ ਨੇ ਖਾਸ ਰੂਪ ਮੇਰਾ ਹੋਰ ਮਾਇਆ ਦਸਮੇਸ਼ ਨੇ ਸਿਪਾਹੀ ਵੀ ਹੈ ਧਰਮੀ ਤੇ ਦਇਆਵਾਨ ਧਰਮੀ ਤੇ ਦਇਆਵਾਨ ਸੰਤ ਤੇ ਸਿਪਾਹੀ ਵੀ ਹੈ ਜੀ ਖਾਲਸਾ ਨਿਆਰਾ ਹੈ ਖਾਲਸਾ ਨਿਆਰਾ ਹੈ ਬਣਾਇਆ ਦਸਮੇਸ਼ ਨੇ ਖਾਲਸਾ ਨਿਆਰਾ ਹੈ ਬਣਾਇਆ ਦਸਮੇਸ਼ ਨੇ ਮਜ਼ਲੂਮ ਦਾ ਹੈ ਨਿਤਨੇਮੀ ਬਾਣੀ ਦਾਤੇ ਨਿਤਨੇਮੀ ਬਾਣੀ ਦਾਤੇ ਰਾਖਾ ਮਜ਼ਲੂਮ ਦਾ ਹੈ ਜੀ ਧਨ ਦੁੱਖ ਆਖ ਧਨ ਦੁੱਖ ਆਖ ਵੱਡੇ ਆਇਆ ਦਸਮੇਸ਼ ਨੇ ਮੁਖ ਧਨ ਆਖ ਵੱਡੇ ਆਇਆ ਦਸਮੇਸ਼ ਨੇ ऐसा पंथ खालसा ऐसा पंथ खालसा सजाया दसमेश ने ऐसा पंथ खालसा सजाया दसमेश ने ऐसा पंथ खालसा सजाया दसमेश ने ओ
परम सत्कारयोग हाजरा हजूर ज़हरा ज़हूर सर्व कला भरपूर रबी बाणी के बोहित नाम के जहाज चवर छतर तखत मालिक वालिए कुल आलम सरवरे कायनात फखरे मौजूदात साहिब साहबा कमाले करामात दसा पातशाहियां दी जुगो जुग अटल जो सतगुरु गुरु ग्रंथ साहिब महाराज जी दी पावन पवित्र हजूरी दे अंदर खालसा सरजना दिवस ਨੂੰ ਸਮਰਪਿਤ ਇਸ ਗੁਰਮਤਿ ਸਮਾਗਮ ਦੇ ਅੰਦਰ ਹਾਜ਼ਰੀ ਭਰ ਰਹੇ ਸਨਮਾਨ ਜੋ ਗੁਰੂ ਪਿਆਰੇ ਸਤ ਸੰਗੀ ਜਨੋ ਸਮਾਂ ਮਿਲਿਆ ਪਹਿਲੀ ਵਾਰ ਇਸ ਸਥਾਨ ਦੇ ਉੱਤੇ ਆ ਕੇ ਆਪ ਰੱਬ ਸਰੂਪ ਸੰਤਾਂ ਦੇ ਨਾਲ ਕੁਝ ਸਮੇਂ ਵਾਸਤੇ ਗੁਰਮਤਿ ਅਤੇ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਵਾਂ। ਇਸ ਤੋਂ ਪਹਿਲਾਂ ਕਿ ਆਪਣੇ ਵਿਚਾਰ ਤੁਹਾਡੀ ਸੇਵਾ ਦੇ ਵਿੱਚ ਰੱਖਣੇ ਆਰੰਭ ਕਰਾਂ ਉਸ ਤੋਂ ਪੇਸ਼ਤਰ ਆਓ ਆਪਣਾ ਧਿਆਨ ਮਹਾਰਾਜ ਦੀ ਪਾਵਨ ਬਾਣੀ ਨਾਲ ਜੋੜੀਏ ਤਾਂ ਕਿ ਸਾਡਾ ਇੱਥੇ ਆਉਣਾ ਇੱਥੇ ਬੈਠਣਾ ਇੱਥੇ ਹਾਜ਼ਰੀ ਭਰਨੀ ਸਫਲੀ ਹੋ ਜਾਵੇ। ਜੇਕਰ ਇੱਥੇ ਬੈਠ ਕੇ ਸਾਡਾ ਧਿਆਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦੇ ਨਾਲ ਜੁੜ ਗਿਆ, ਜੇਕਰ ਸਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦੇ ਨਾਲ ਜੁੜ ਗਿਆ, ਸਾਨੂੰ ਸਤਿਗੁਰੂ ਦੇ ਦਰਬਾਰ ਵਿੱਚੋਂ ਮੂੰਹ ਮੰਗੀਆਂ ਦਾਤਾਂ ਰਹਿਮਤਾਂ ਦੇ ਨਾਲ ਬਰਕਤਾਂ ਦੇ ਨਾਲ ਬਖਸ਼ਾਂ ਦੇ ਨਾਲ ਨਿਆਮਤਾਂ ਦੇ ਨਾਲ ਸੁੱਖਾਂ ਦੇ ਨਾਲ ਝੋਲੀ ਭਰ ਜਾਵੇਗੀ। ਜੇਕਰ ਇੱਥੇ ਬੈਠ ਕੇ ਵੀ ਮਨ ਇਕਾਗਰ ਨਾ ਹੋਇਆ ਕੌਣ ਆਇਆ ਕੌਣ ਚਲਾ ਗਿਆ ਕੌਣ ਨਹੀਂ ਆਇਆ, ਜੇ ਸਾਡਾ ਮਨ ਕੇਵਲ ਇਸ ਪਾਸੇ ਲੱਗਾ ਰਿਹਾ ਸੱਚ ਜਾਣੋ ਜੋ ਕੁਝ ਸਾਡੇ ਸਤਿਗੁਰੂ ਦੇ ਦਰਬਾਰ ਵਿੱਚੋਂ ਸਾਨੂੰ ਮਿਲ ਸਕਦਾ ਉਹਨਾਂ ਦਾਤਾਂ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ। ਮਹਾਰਾਜ ਦੇ ਦਰਬਾਰ ਵਿੱਚੋਂ ਮੂੰਹ ਮੰਗੀਆਂ ਦਾਤਾਂ ਮਿਲਦੀਆਂ ਨੇ ਪਰ ਤਾਂ ਮਿਲਦੀਆਂ ਨੇ ਜੇਕਰ ਮਨ ਇਕਾਗਰ ਹੋ ਜਾਵੇ। ਧਰਮ ਦੀ ਦੁਨੀਆ ਵਿੱਚ ਮਨ ਦਾ ਇਕਾਗਰ ਹੋ ਜਾਣਾ ਅਤ ਜ਼ਰੂਰੀ ਹੈ। ਜੇ ਗੁਰਦੁਆਰਾ ਸਾਹਿਬ ਬੈਠ ਕੇ ਵੀ ਮਨ ਇਕਾਗਰ ਨਾ ਹੋਇਆ ਕਿਹੜੀ ਥਾਂ ਹੋਵੇਗੀ ਜਿੱਥੇ ਜਾ ਕੇ ਸਾਡਾ ਮਨ ਇਕਾਗਰ ਹੋਵੇਗਾ। ਤੇ ਜਦ ਸਾਡਾ ਮਨ ਇਕਾਗਰ ਹੋ ਗਿਆ ਸਾਨੂੰ ਸਤਿਗੁਰੂ ਦੇ ਦਰਬਾਰ ਦੇ ਵਿੱਚੋਂ ਰਹਿਮਤਾਂ ਦੇ ਨਾਲ ਸਤਿਗੁਰੂ ਨਿਵਾਜੇਗਾ ਮੂੰਹ ਮੰਗੀਆਂ ਦਾਤਾਂ ਦੇ ਨਾਲ ਝੋਲੀ ਭਰ ਜਾਵੇਗੀ। ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ ਜਿਤੜੇ ਫਲ ਮਨ ਬੰਚੀਐ ਤਿਤੜੇ ਸਤਿਗੁਰ ਪਾਸ। ਇੱਕ ਜਾਂ ਦੋ ਨਹੀਂ 100 ਜਾਂ 200 ਨਹੀਂ, ਮਹਾਰਾਜ ਕਹਿੰਦੇ ਜਿਤੜੇ ਭਾਵ ਕਿ ਜਿੰਨੇ ਵੀ ਤੇਰੀਆਂ ਜ਼ਿੰਦਗੀ ਦੀਆਂ ਲੋੜਾਂ ਨੇ ਉਹ ਲੋੜਾਂ ਕੇਵਲ ਤੇ ਕੇਵਲ ਸਤਿਗੁਰੂ ਦੇ ਦਰਬਾਰ ਵਿੱਚੋਂ ਪੂਰੀਆਂ ਹੋ ਸਕਦੀਆਂ ਨੇ, ਹੋਰ ਕਿਤੋਂ ਨਹੀਂ। ਪਰ ਤਦ ਤੇਰੀਆਂ ਲੋੜਾਂ ਪੂਰੀਆਂ ਹੋਣਗੀਆਂ ਜੇਕਰ ਮਨ ਕਰ ਤੂੰ ਆਪਣੇ ਸਤਿਗੁਰੂ ਦੇ ਨਾਲ ਜੁੜ ਜਾਵੇਂਗਾ। ਭਾਈ ਸਾਹਿਬ ਭਾਈ ਵੀਰ ਸਿੰਘ ਦਾ ਕਥਨ ਹੈ, ਉਹ ਕਹਿੰਦੇ ਜੁੜ ਜਾਣਾ ਜ਼ਿੰਦਗੀ ਹੈ ਟੁੱਟ ਜਾਣਾ ਮੌਤ ਹੈ। ਜੁੜਨ ਵਿੱਚ ਸਾਰੇ ਸੁੱਖ ਨੇ ਵਿਛੋੜੇ ਵਿੱਚ ਸਾਰੇ ਦੁੱਖ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ, ਮਹਾਰਾਜ ਕਹਿੰਦੇ ਪਰਮੇਸ਼ਰ ਸੇ ਭੁੱਲਿਆ ਵਿਆਪਨ ਸਭੇ ਰੋਗ। ਮਹਾਰਾਜ ਕਹਿੰਦੇ ਬੰਦਾ ਜਦੋਂ ਉਹਨੂੰ ਭੁੱਲਦਾ ਹੈ ਉਹਨੂੰ ਮੰਨਣ ਤੋਂ ਇਨਕਾਰੀ ਹੁੰਦਾ ਏ, ਉਹਦੀ ਹੋਂਦ ਮੰਨਣ ਤੋਂ ਇਨਕਾਰੀ ਹੁੰਦਾ ਏ ਤੇ ਜਿਵੇਂ ਜਿਵੇਂ ਉਹਨੂੰ ਭੁੱਲਦਾ ਜਾਂਦਾ ਏ ਤਿਵੇਂ ਤਿਵੇਂ ਉਹਦਾ ਝਗੜਦਾ ਜਿਹੜਾ ਮਾਨਸਿਕ ਅਤੇ ਸਰੀਰਕ ਰੋਗਾਂ ਦੇ ਨਾਲ ਘਿਰਦਾ ਜਾਂਦਾ ਏ ਤੇ ਜਿਵੇਂ ਜਿਵੇਂ ਉਹਨੂੰ ਯਾਦ ਕਰਦਾ ਏ ਤਿਵੇਂ ਤਿਵੇਂ ਮਨ ਦੀ ਝੋਲੀ ਸੁੱਖਾਂ ਦੇ ਨਾਲ ਰਹਿਮਤਾਂ ਦੇ ਨਾਲ ਖੁਸ਼ੀਆਂ ਦੇ ਨਾਲ ਆਨੰਦ ਦੇ ਨਾਲ ਭਰਦੀ ਜਾਂਦੀ ਏ। ਕਲਗੀਧਰ ਪਾਤਸ਼ਾਹ ਦੇ ਜੀਵਨ ਦਾ ਇੱਕ ਪ੍ਰਮਾਣ ਕਹਿ ਕੇ ਮੈਂ ਫਤਿਹ ਅਰਜ਼ ਕਰਾਂਗਾ। ਮਹਾਰਾਜ ਦਾ ਦਰਬਾਰ ਲੱਗਾ ਤੇ ਭਰੇ ਦਰਬਾਰ ਵਿੱਚ ਬਹੁਤ ਸਾਰੀ ਸੰਗਤ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੈਠੀ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮਸਲਕ ਉੱਤੇ ਸਿੰਘਾਸਨ ਉੱਤੇ ਬਿਰਾਜਮਾਨ ਨੇ ਤੇ ਸੰਗਤ ਮਹਾਰਾਜ ਦੇ ਸਾਹਮਣੇ ਬੈਠੀ ਹੈ। ਕੁਝ ਸੰਗਤ ਦੇ ਕਾਫਲੇ ਆ ਰਹੇ ਨੇ, ਆਉਣ ਵਾਲੀ ਸੰਗਤ ਮਹਾਰਾਜ ਦੇ ਵਾਸਤੇ ਭੇਟਾ ਲੈ ਕੇ ਆ ਰਹੀ ਹੈ। ਕੋਈ ਭੇਟਾ ਵਿੱਚ ਸ਼ਸਤਰ ਲੈ ਕੇ ਆ ਰਿਹਾ, ਕੋਈ ਬਸਤਰ ਲੈ ਕੇ ਆ ਰਿਹਾ, ਕੋਈ ਧਨ ਦੌਲਤ ਦੀ ਭੇਟਾ ਲੈ ਕੇ ਆ ਰਿਹਾ। ਜਿਹੜੀ ਚੀਜ਼ ਕਿਸੇ ਨੂੰ ਚੰਗੀ ਲੱਗਦੀ ਉਹ ਭੇਟਾ ਵਜੋਂ ਮਹਾਰਾਜ ਦੇ ਸਾਹਮਣੇ ਲਿਆ ਕੇ ਰੱਖੀ ਜਾਂਦੀ ਹੈ। ਭੇਟਾ ਅਰਪਣ ਕਰਕੇ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲਦੀ ਏ ਉੱਥੇ ਉੱਥੇ ਬਿਰਾਜਮਾਨ ਹੁੰਦਾ ਜਾਂਦਾ ਏ ਤੇ ਪੂਰੀ ਸੰਗਤ ਦਾ ਧਿਆਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਕੇਂਦਰਿਤ ਹੈ। ਉਹਦਾ ਕਾਰਨ ਹੈ ਮਹਾਰਾਜ ਦੇ ਹੱਥ ਵਿੱਚ ਜਾਂ ਤੇ ਬਾਜ ਹੁੰਦਾ ਏ ਜਾਂ ਤਲਵਾਰ ਹੁੰਦੀ ਹੈ। ਪਰ ਅੱਜ ਮਹਾਰਾਜ ਦੇ ਹੱਥ ਵਿੱਚ ਨਾ ਬਾਜ ਹੈ ਨਾ ਤਲਵਾਰ ਹੈ। ਅੱਜ ਕੁਝ ਅਲੱਗ ਮਹਾਰਾਜ ਦੇ ਹੱਥ ਵਿੱਚ ਫੜਿਆ ਹੋਇਆ ਹੈ ਤੇ ਜਿਹੜੀ ਚੀਜ਼ ਮਹਾਰਾਜ ਦੇ ਹੱਥ ਵਿੱਚ ਫੜੀ ਹੋਈ ਉਹ ਇੱਕ ਪੱਥਰ ਹੈ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਫੜਿਆ ਹੋਇਆ ਪੱਥਰ ਮਹਾਰਾਜ ਉਸ ਨੂੰ ਕਦੇ ਸੱਜੇ ਹੱਥ ਵਿੱਚ ਲੈ ਕੇ ਜਾਂਦੇ ਨੇ ਕਦੇ ਖੱਬੇ ਹੱਥ ਵਿੱਚ ਲੈ ਕੇ ਜਾਂਦੇ ਨੇ, ਇਸ ਤਰ੍ਹਾਂ ਬਦਲਦੇ ਜਾ ਰਹੇ ਨੇ ਤੇ ਸੰਗਤ ਬਹੁਤ ਹੀ ਹੈਰਾਨੀ ਕੁਲ ਲਹਿਜੇ ਦੇ ਨਾਲ ਮਹਾਰਾਜ ਵੱਲ ਤੱਕ ਰਹੀ ਹੈ ਕਿ ਮਹਾਰਾਜ ਨੇ ਪੱਥਰ ਕਿਉਂ ਫੜਿਆ ਹੋਇਆ। ਅਚਾਨਕ ਮਹਾਰਾਜ ਨੇ ਪੱਥਰ ਛੱਡਿਆ, ਕੋਲ ਇੱਕ ਪਾਣੀ ਦਾ ਭਰਿਆ ਬਰਤਨ ਪਿਆ ਏ ਤੇ ਪੱਥਰ ਪਾਣੀ ਵਿੱਚ ਜਾ ਡੁੱਬਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਧ ਸੰਗਤ ਤੁਹਾਡੇ ਵਿੱਚੋਂ ਦੱਸ ਸਕਦਾ ਵੀ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬ ਗਿਆ। ਕਈਆਂ ਨੇ ਹੱਥ ਖੜੇ ਕਰਕੇ ਜਵਾਬ ਦਿੱਤਾ ਮਹਾਰਾਜ ਪੱਥਰ ਭਾਰਾ ਹੁੰਦਾ ਹੈ ਤਾਂ ਡੁੱਬ ਜਾਂਦਾ ਹੈ। ਕਿਸੇ ਨੇ ਆਖਿਆ ਮਹਾਰਾਜ ਪੱਥਰ ਦਾ ਸੁਭਾਅ ਡੁੱਬ ਜਾਣਾ, ਪਾਣੀ ਦਾ ਸੁਭਾਅ ਡੁੱਬ ਲੈਣਾ, ਇਹ ਦੋਨੋਂ ਆਪਣਾ ਸੁਭਾਅ ਤਬਦੀਲ ਨਹੀਂ ਕਰਦੇ। ਕਿਸੇ ਨੇ ਆਖਿਆ ਮਹਾਰਾਜ ਪੱਥਰ ਵੀ ਕਦੇ ਤੈਰਿਆ ਕਰਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਦੇ ਜਵਾਬ ਨਾਲ ਸਹਿਮਤ ਨਹੀਂ ਹੋਏ। ਕੋਲ ਖਲੋਤੇ ਨੇ ਭਾਈ ਦਇਆ ਸਿੰਘ ਜਿਨ੍ਹਾਂ ਦਾ ਜ਼ਿਕਰ ਆਪਾਂ ਆਉਣ ਵਾਲੇ ਮਿੰਟਾਂ ਵਿੱਚ ਕਰਨਾ ਹੈ। ਭਾਈ ਦਇਆ ਸਿੰਘ ਵੱਲ ਇਸ਼ਾਰਾ ਕਰਕੇ ਮਹਾਰਾਜ ਕਹਿੰਗੇ ਭਾਈ ਸਾਹਿਬ ਤੁਸੀਂ ਦੱਸ ਸਕਦੇ ਹੋ ਪੱਥਰ ਪਾਣੀ ਵਿੱਚ ਕਿਉਂ ਡੁੱਬਿਆ। ਕਹਿਣ ਲੱਗਾ ਹਾਂ ਮਹਾਰਾਜ
ਕਹਿੰਦੇ ਦੱਸੋ ਤੁਹਾਡਾ ਕੀ ਜਵਾਬ ਹੈ? ਭਾਈ ਦਇਆ ਸਿੰਘ ਕਹਿਣਗੇ ਮਹਾਰਾਜ ਨਾ ਤੇ ਪੱਥਰ ਭਾਰਾ ਹੋਣ ਕਰਕੇ ਡੁੱਬਿਆ, ਨਾ ਇਹਦਾ ਸੁਭਾਅ ਡੁੱਬ ਜਾਣਾ, ਨਾ ਪਾਣੀ ਦਾ ਸੁਭਾਅ ਡੁੱਬ ਲੈਣਾ। ਜੇਕਰ ਤੁਸੀਂ ਚਾਹੋ ਤੇ ਇਹ ਆਪਣਾ ਸੁਭਾਅ ਦੋਨੋਂ ਬਦਲ ਸਕਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣਗੇ ਫਿਰ ਡੁੱਬਿਆ ਕਿਉਂ? ਕਹਿਣਗੇ ਮਹਾਰਾਜ ਇਹ ਪੱਥਰ ਅਸਲ ਵਿੱਚ ਤਾਂ ਡੁੱਬ ਗਿਆ ਕਿਉਂਕਿ ਇਹਨੇ ਤੁਹਾਡਾ ਸਾਥ ਛੱਡ ਦਿੱਤਾ। ਜਿੰਨਾ ਚਿਰ ਤੁਹਾਡੇ ਨਾਲ ਜੁੜਿਆ ਹੋਇਆ ਸੀ ਉਹਨਾਂ ਚਿਰ ਸੁਰੱਖਿਅਤ ਸੀ, ਉਹਨਾਂ ਚਿਰ ਮਹਿਫੂਜ਼ ਸੀ। ਜਦੋਂ ਇਹ ਤੁਹਾਡੇ ਤੋਂ ਦੂਰ ਹੋ ਗਿਆ ਇਹ ਡੁੱਬ ਗਿਆ। ਅਸਲ ਵਿੱਚ ਇਹ ਹਕੀਕਤ ਸਿੱਖ ਦੇ ਜੀਵਨ ਦੀ ਹੈ। ਸਿੱਖ ਜਿੰਨਾ ਚਿਰ ਤੇ ਗੁਰੂ ਦੇ ਨਾਲ, ਗੁਰੂ ਦੀ ਬਾਣੀ ਨਾਲ ਜੁੜਿਆ ਰਹੇਗਾ ਉਹਨਾਂ ਚਿਰ ਗੁਰੂ ਰਹਿਮਤਾਂ ਦੇ ਨਾਲ ਸਿੱਖ ਦੀ ਝੋਲੀ ਭਰੇ ਰੱਖੇਗਾ। ਤੇ ਜਿਸ ਦਿਨ ਸਿੱਖ ਗੁਰੂ ਤੋਂ ਅਲੱਗ ਹੋ ਗਿਆ, ਸਿੱਖ ਦੇ ਤੇ ਗੁਰੂ ਦੇ ਵਿਚਾਰਾਂ ਵਿੱਚ ਭਿੰਨਤਾ ਆ ਗਈ, ਜੀਵਨ ਦੀ ਡੋਰ ਗੁਰੂ ਦੇ ਹੱਥਾਂ ਵਿੱਚੋਂ ਨਿਕਲ ਗਈ, ਉਦੋਂ ਸਿੱਖ ਦਾ ਜੀਵਨ ਵਿਕਾਰਾਂ ਦੇ ਪਾਣੀ ਵਿੱਚ ਡੁੱਬ ਜਾਵੇਗਾ। ਆਓ ਆਪਣੀ ਜੀਵਨ ਦੀ ਡੋਰੀ ਗੁਰੂ ਦੇ ਹੱਥਾਂ ਵਿੱਚ ਦੇਣ ਵਾਸਤੇ, ਆਪਣਾ ਸੰਬੰਧ ਸਤਿਗੁਰੂ ਦੇ ਨਾਲ ਜੋੜਨ ਵਾਸਤੇ ਆਪਣੀ ਰਸਤੇ ਉੱਤੇ ਦੋ ਵਾਰ ਵਾਹਿਗੁਰੂ ਸ਼ਬਦ ਲੈ ਕੇ ਆਈਏ ਤੇ ਫਤਿਹ ਦੇ ਸਿਮਰਨ ਦੀ ਸਾਂਝ ਪਾਈਏ। ਕੋਈ ਵੀ ਰਸਤਾ ਮਾਂਝੀ ਨਾ ਰਹਿ ਜਾਵੇ। ਝੁਕਾਓ ਸੀਸ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਵਾਲੇ ਹੋ ਜੋ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਖਾਲਸਾ ਜੀ ਦਾ ਸਿਰਜਣਾ ਦਿਵਸ ਮਨਾ ਰਹੇ ਨੇ। ਮੇਰੇ ਤੋਂ ਪਹਿਲਾਂ ਅਤੀ ਸਰਕਾਰ ਦੇ ਭਾਈ ਦਵਿੰਦਰ ਸਿੰਘ ਜੀ ਨਿਰਮਾਣ ਆਪ ਜੀ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ, ਕਵਿਤਾਵਾਂ ਸਰਵਣ ਕਰਵਾ ਰਹੇ ਸਨ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਵਿੱਚੋਂ ਆਪ ਜੀ ਨੂੰ ਵਿਚਾਰਾਂ ਸਰਵਣ ਕਰਵਾ ਰਹੇ ਸਨ। ਹੁਣ ਆਪਾਂ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦਾ ਸਿਰਜਣਾ ਦਿਵਸ ਮਨਾ ਰਹੇ ਹਾਂ ਤੇ ਇਹ ਗੱਲ ਸੋਚਣੀ ਪਵੇਗੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕਰਨ ਵੇਲੇ ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆ? ਇਹ ਇਸ ਤੋਂ ਪਹਿਲਾਂ ਦਿਨ ਨਹੀਂ ਸੀ ਹੋਇਆ ਜਾਂ ਇਸ ਤੋਂ ਪਹਿਲਾਂ ਹੋਰ ਮਹੀਨਿਆਂ ਦੀ ਆਰੰਭਤਾ ਨਹੀਂ ਸੀ ਹੋਈ? ਇੱਕ ਸਵਾਲੀਆ ਚਿੰਨ੍ਹ ਬਣ ਜਾਵੇਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕਰਨ ਲੱਗਿਆ ਇਹ ਇੱਕ ਵਿਸਾਖ ਵਾਲਾ ਦਿਨ ਕਿਉਂ ਚੁਣਿਆ? 2/12 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਉਂਦੇ ਨੇ। ਪਹਿਲਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਤੇ ਦੂਸਰਾ 12ਵਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ, ਜਿਸ ਦਾ ਸ਼ਬਦ, ਜਿਸ ਦਾ ਪਾਠ ਹਰ ਮਹੀਨੇ ਦੀ ਆਰੰਭਤਾ ਦੇ ਵੇਲੇ ਸੰਗਰਾਂਦ ਵਾਲੇ ਦਿਨ ਕੀਤਾ ਜਾਂਦਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਵਿਸਾਖ ਧੀਰਨ ਕਿਉਂ ਵਾਂਢੀਆਂ ਜਿਨ੍ਹਾਂ ਪ੍ਰੇਮ ਵਿਸ਼ੋ। ਇਹ ਜਿਹੜਾ ਵਾਂਢੀਆਂ ਸ਼ਬਦ ਕਈ ਵਾਰੀ ਵਾਂਢੀਆਂ ਕਹਿ ਜਾਂਦੇ, ਅਸਲ ਵਿੱਚ ਇਹਦਾ ਸ਼ਬਦ ਉਚਾਰਨ ਹੈ ਵਾਂਢੀਆਂ, ਤੇ ਵਾਂਢੀਆਂ ਦਾ ਅਰਥ ਹੁੰਦਾ ਵਿਛੜੀਆਂ ਹੋਈਆਂ। ਜਿਹੜੀਆਂ ਜੀਵ ਇਸਤਰੀਆਂ ਆਪਣੇ ਪਤੀ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਨੇ ਉਹਨਾਂ ਨੂੰ ਧੀਰਜ ਕਿਵੇਂ ਮਿਲੇ? ਹੁਣ ਦੂਸਰਾ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਤੁਖਾਰੀ ਰਾਗ ਦੇ ਅੰਦਰ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਿਸਾਖ ਮਹੀਨੇ ਦੀ ਆਰੰਭਤਾ ਦੇ ਵੇਲੇ ਸ਼ਬਦ ਵਰਤੇ ਨੇ। ਮਹਾਰਾਜ ਕਹਿੰਦੇ ਵੈਸਾਖ ਭਲਾ ਸਾਖਾਂ ਵੇਸ ਕਰੇ। ਕਹਿੰਦੇ ਵਿਸਾਖ ਦਾ ਮਹੀਨਾ ਭਲਾ ਹੈ। ਕਿਉਂ ਭਲਾ ਹੈ? ਕਹਿੰਦੇ ਦਰਖਤਾਂ ਦੀਆਂ ਕਰੂੰਬਲਾਂ ਨਿਕਲਦੀਆਂ ਨੇ, ਨਵੇਂ ਪੱਤੇ ਜਨਮ ਲੈਂਦੇ ਨੇ, ਫੁੱਲ ਜਨਮ ਲੈਂਦੇ ਨੇ। ਮਹਾਰਾਜ ਕਹਿੰਦੇ ਨਵਾਂ ਜੀਵਨ ਪਨਪਦਾ ਹੈ, ਇਸ ਕਰਕੇ ਵਿਸਾਖ ਦਾ ਮਹੀਨਾ ਭਲਾ ਹੈ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਲਈ ਭਲਾ ਹੈ ਜਿਨ੍ਹਾਂ ਨੇ ਕੋਈ ਨਵਾਂ ਜੀਵਨ ਗ੍ਰਹਿਣ ਕੀਤਾ ਹੈ। ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਲੱਭਦੇ ਫਿਰਦੇ ਨੇ, ਉਹਨਾਂ ਨੂੰ ਧੀਰਜ ਕੋਈ ਨਹੀਂ ਜਿਨ੍ਹਾਂ ਦਾ ਪਰਮਾਤਮਾ ਨਾਲੋਂ ਵਿਛੋੜਾ ਪੈ ਗਿਆ। ਹੁਣ ਜਿਨ੍ਹਾਂ ਦਾ ਵਿਛੋੜਾ ਪਿਆ ਹੈ ਉਹਨਾਂ ਦਾ ਮਿਲਾਪ ਕਰਾਉਣ ਵਾਸਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਜਿਹੜਾ ਨਵਾਂ ਜੀਵਨ ਦੇਣ ਵਾਸਤੇ ਵਿਸਾਖ ਦੇ ਮਹੀਨੇ ਦੀ ਇੱਕ ਵਿਸਾਖ ਵਾਲਾ ਦਿਨ ਜਿਹੜਾ ਚੁਣਦੇ ਨੇ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸਾ ਸਿਰਜਣ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ। ਹਰ ਸਾਲ ਇਤਿਹਾਸ ਦੁਹਰਾਇਆ ਜਾਂਦਾ ਹੈ, ਹਰ ਸਾਲ ਸੁਣਾਇਆ ਜਾਂਦਾ ਹੈ, ਪਰ ਖਾਲਸਾ ਕਿਹਨਾਂ ਕਾਰਨਾਂ ਦੇ ਵਿੱਚੋਂ ਪੈਦਾ ਹੋਇਆ? ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ? ਇਹ ਜਿਹੜੀ ਗੱਲ ਪੜਚੋਲ ਦੀ ਮੰਗ ਕਰਦੀ, ਇਹ ਪੜਚੋਲੀਆ ਵਿਸ਼ਾ ਹੈ। ਹੁਣ ਜਦ ਅਸੀਂ ਕਹਿੰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪਿਆਰਿਆਂ ਦੀ ਪ੍ਰੀਖਿਆ ਕੀਤੀ, ਉਹ ਖਾਲਸਾ ਪੰਥ ਸਿਰਜਣ ਤੋਂ ਪਹਿਲਾਂ ਸਿੱਖਾਂ ਦੀ ਪ੍ਰੀਖਿਆ ਲਈ, ਪਰ ਪ੍ਰੀਖਿਆ ਲੈਣ ਤੋਂ ਪਹਿਲਾਂ ਸਿੱਖਿਆ ਦਿੱਤੀ ਜਾਂਦੀ ਹੈ। ਜਿਹਦੇ ਕੋਲ ਸਿੱਖਿਆ ਨਹੀਂ ਉਹ ਪ੍ਰੀਖਿਆ ਵਿੱਚ ਵੀ ਨਹੀਂ ਬੈਠ ਸਕਦਾ। ਜਿਹੜਾ ਕਦੇ ਸਕੂਲੇ ਨਹੀਂ ਗਿਆ ਉਹ ਪੇਪਰ ਕਿਵੇਂ ਦੇਵੇਗਾ? ਇਮਤਿਹਾਨ ਵਿੱਚ ਬੈਠ ਸਕੇਗਾ? ਐਗਜ਼ਾਮੀਨਰ ਉਹਨੂੰ ਬਾਹਰ ਕੱਢ ਦੇਵੇਗਾ। ਸਭ ਤੋਂ ਪਹਿਲਾਂ ਹੁੰਦੀ ਹੈ ਸਿੱਖਿਆ, ਤੇ ਸਿੱਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਆਰੰਭ ਹੁੰਦੀ ਹੈ।
ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਜੋ ਕੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਅਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇੱਥੋਂ ਸਿੱਖਿਆ ਸਿੱਖ ਦੀ ਆਰੰਭ ਹੁੰਦੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜੇਕਰ ਤੂੰ ਪ੍ਰੇਮ ਦੀ ਖੇਡ ਖੇਡਣੀ ਚਾਹੁੰਦਾ ਹੈ, ਖੇਡਣਾ ਤੇ ਹਰ ਬੰਦਾ ਚਾਹੁੰਦਾ ਹੈ, ਪਰ ਖੇਡਦਾ ਉਹੀ ਹੈ ਜਿਹਦੇ ਅੰਦਰ ਚਾਹ ਹੋਵੇ। ਚਾਹ ਤੋਂ ਬਿਨਾਂ ਖੇਡਿਆ ਨਹੀਂ ਜਾ ਸਕਦਾ। ਹੁਣ ਮਹਾਰਾਜ ਕਹਿੰਦੇ, ਜੇਕਰ ਤੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ ਤੇਰੇ ਮਨ ਅੰਦਰ, ਫਿਰ ਇੱਕ ਕੰਮ ਕਰਨਾ ਪਵੇਗਾ, ਸਿਰ ਤਲੀ ਤੇ ਧਰ ਕੇ ਆਉਣਾ ਪਵੇਗਾ। ਅਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੀਸ ਮੰਗੇ, ਪਰ ਸੀਸ ਦੀ ਮੰਗ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਰਦੇ, ਕਿਉਂਕਿ ਆਰੰਭਤਾ ਸਿੱਖਿਆ ਦੀ ਇੱਥੋਂ ਹੁੰਦੀ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ 974 ਸ਼ਬਦਾਂ ਦੇ ਵਿੱਚ ਕੇਵਲ ਇਹੀ ਸਿੱਖਿਆ ਦਿੰਦੇ ਨੇ ਵੀ ਆਪਣੀ ਮੱਤ ਗੁਰੂ ਦੇ ਅੱਗੇ ਰੱਖਦੇ ਤੇ ਗੁਰੂ ਦੀ ਮੱਤ ਗ੍ਰਹਿਣ ਕਰਦੇ। ਹੁਣ ਸਟੂਡੈਂਟ ਹੈ, ਪੂਰੀ ਸੰਗਤ ਤੇ ਟੀਚਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਕਲਾਸ ਹੈ ਕਰਤਾਰਪੁਰ ਦੀ ਧਰਤੀ, ਕਿਉਂਕਿ ਸਿੱਖਿਆ ਵਿੱਚੋਂ ਪ੍ਰੀਖਿਆ ਨਿਕਲਣੀ ਹੈ। ਸਮਾਂ ਬਦਲਿਆ, ਸਮੇਂ ਦੇ ਨਾਲ ਉਸਤਾਦ ਵੀ ਬਦਲਿਆ। ਉਸਤਾਦ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਤੇ ਸਟੂਡੈਂਟ ਹੈ, ਵਿਦਿਆਰਥੀ ਨੇ ਸਿੱਖ ਸੰਗਤ ਤੇ ਕਲਾਸ ਰੂਮ ਬਣਿਆ ਖਡੂਰ ਸਾਹਿਬ ਦੀ ਧਰਤੀ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਿੱਤੇ ਹੋਏ ਸਿਲੇਬਸ ਤੋਂ ਇਲਾਵਾ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪਣੇ 62 ਜਾਂ 63 ਸ਼ਲੋਕ ਵਿੱਚ ਹੋਰ ਜਮ੍ਹਾਂ ਕਰ ਦਿੱਤੇ। ਉਸ ਤੋਂ ਬਾਅਦ ਸਮਾਂ ਫੇਰ ਬਦਲਿਆ ਤੇ ਸਿੱਖ ਦੀ ਜਿਹੜੀ ਕਲਾਸ ਹੈ, ਸਿੱਖ ਦੀ ਜਿਹੜੀ ਜਮਾਤ ਹੈ, ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਲੱਗਣ ਲੱਗੀ ਤੇ ਪੜਾਉਣ ਵਾਲੇ ਉਸਤਾਦ ਦਾ ਨਾਮ ਹੈ ਗੁਰੂ ਅਮਰਦਾਸ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਪੜਾਉਂਦੇ ਨੇ ਤੇ ਸੰਗਤ ਦੇ ਰੂਪ ਵਿੱਚ, ਵਿਦਿਆਰਥੀਆਂ ਦੇ ਰੂਪ ਵਿੱਚ ਸੰਗਤ ਪੜ੍ਹਦੀ ਹੈ। ਗੁਰੂ ਅਮਰਦਾਸ ਮਹਾਰਾਜ 907 ਸ਼ਬਦ ਆਪਣੇ ਸੰਗਤ ਦੀ ਝੋਲੀ ਵਿੱਚ ਪਾਉਂਦੇ, ਪੜਾਇਆ ਜਾਂਦਾ ਹੈ। ਜੇਕਰ ਤੂੰ ਗੁਰੂ ਦੇ ਦਰ ਉੱਤੇ ਆਉਣਾ ਹੈ, ਸਤਿਗੁਰ ਸਾਚੇ ਸੀਸ ਭੇਟਦੇ ਹੋ ਜੇ ਸਤਿਗੁਰ ਸਾਚੇ ਪਾਵੇ। ਸਤਿਗੁਰ ਆਗਾ ਹੈ, ਸੀਸ ਭੇਟਦੇ ਹੋ ਜੇ ਸਤਿਗੁਰ ਸਾਚੇ ਪਾਵੇ। ਐਸਾ ਸਤਿਗੁਰ ਜੇ ਮਿਲੇ ਇਕੱਠਾ ਕਰੇ ਪਸਾਓ। ਹੁਣ ਉਸ ਤੋਂ ਬਾਅਦ ਸਮਾਂ ਬਦਲਦਾ ਹੈ। ਗੁਰੂ ਰਾਮਦਾਸ ਮਹਾਰਾਜ ਆਪਣੇ ਸ਼ਬਦਾਂ ਦੇ ਰਾਹੀਂ ਸਿੱਖ ਦੀ ਝੋਲੀ ਵਿੱਚ ਗਿਆਨ ਪਾਉਂਦੇ ਨੇ। 679 ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਪੜਾਉਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਵੀ ਅੰਮ੍ਰਿਤਸਰ ਦੀ ਧਰਤੀ ਤੇ ਬੈਠ ਕੇ 2218 ਸ਼ਬਦਾਂ ਦੇ ਰਾਹੀਂ ਸਿੱਖ ਦੀ ਝੋਲੀ ਵਿੱਚ ਗਿਆਨ ਪਾਉਂਦੇ ਨੇ। ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ 5 ਗੁਰੂ ਸਾਹਿਬਾਂ ਦਾ ਦਿੱਤਾ ਹੋਇਆ ਉਪਦੇਸ਼ ਸਿੱਖ ਦੀ ਝੋਲੀ ਵਿੱਚ, ਤੇ ਮਹਾਰਾਜ ਨੇ ਉਹਨਾਂ ਨੂੰ ਗੱਲ ਦੇ ਨਾਲ ਲਾਇਆ ਜਿਨ੍ਹਾਂ ਨੂੰ ਆਖਿਆ ਜਾਂਦਾ ਸੀ ਨੀਚ ਨੇ, ਨੀਵੀਂ ਜਾਤ ਦੇ ਜਿਹਨਾਂ ਨੂੰ ਆਖਿਆ ਜਾਂਦਾ ਸੀ। ਤੇ ਉਸ ਸਮੇਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੋਚਿਆ ਕਿ ਸਮਝੇ ਨਾ ਇਹ ਕੇਵਲ ਆਪਣੀ ਗੱਲ ਮੇਰੇ ਤੇ ਥੋਪ ਰਹੇ ਨੇ। ਉਸ ਸਮੇਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਦੀਪਾ ਜੀ, ਭਗਤ ਸੈਨ ਜੀ, ਭਗਤ ਸਤਨਾ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ, ਇਤਿਆਦਿਕ ਸਾਰੇ ਭਗਤਾਂ ਦਾ ਗਿਆਨ ਜਿਹੜਾ ਸੰਗ੍ਰਹਿ ਹੈ ਉਹ ਵੀ ਸਿੱਖ ਨੂੰ ਪੜ੍ਹਾਇਆ ਗਿਆ। ਕੇਵਲ ਇੰਨਾ ਨਾ ਸਮਝੀ ਕਿ ਮੈਂ ਗੁਰੂ ਨਾਨਕ ਦੀ ਬਾਣੀ ਹੀ ਪੜ੍ਹਨੀ, ਇਹਦੇ ਤੋਂ ਇਲਾਵਾ ਵੀ ਤੇਰੇ ਵਾਸਤੇ ਸਿਲੇਬਸ। ਉਹਦੇ ਵਿੱਚ ਵੀ ਸਮਝਾਇਆ ਗਿਆ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਾਬੂ ਨਾ ਛੱਡੇ ਖੇਤ। ਫਿਰ ਭੱਟਾਂ ਦੀ ਬਾਣੀ, ਉਹਦੇ ਵਿੱਚ ਵੀ ਉਪਦੇਸ਼ ਗਿਆਨ ਪੜ੍ਹਾਇਆ ਗਿਆ। ਤੇ ਨਾਲ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਉਹ ਕਹਿੰਦੇ ਨੇ ਜੋ ਕੋਈ ਤੈਨੂੰ ਪੜ੍ਹਾਇਆ ਉਹ ਕਰਕੇ ਵੀ ਵਿਖਾਉਣਾ ਪਵੇਗਾ। ਪ੍ਰੈਕਟੀਕਲ ਦੇ ਰੂਪ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਤੱਤੀ ਤਵੀ ਤੇ ਬੈਠ ਕੇ ਆਪਣੀ ਕੁਰਬਾਨੀ ਦੇ ਗਏ। ਕਹਿੰਦੇ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੀਸ ਮੰਗਿਆ ਹੈ ਤੇ ਸੀਸ ਭੇਟ ਕਰਨਾ ਤੈਨੂੰ ਸਿਖਾ ਕੇ ਜਾਵਾਂਗਾ, ਉਂਝ ਨਹੀਂ ਜਾਵਾਂਗਾ। 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ ਤੇ 8ਵੇਂ ਪਾਤਸ਼ਾਹ ਉਹੀ ਪੜ੍ਹਾਈ ਕਰਾਉਂਦੇ ਨੇ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਕਰਾਈ ਪਈ। ਫਿਰ 9ਵੇਂ ਪਾਤਸ਼ਾਹ ਜਿਨ੍ਹਾਂ ਦੇ ਪਾਵਨ ਸਥਾਨ ਉੱਤੇ ਆਪਾਂ ਬਿਰਾਜਮਾਨ ਹਾਂ, ਉਹਨਾਂ ਦੇ 57 ਸ਼ਲੋਕ ਅਤੇ 58 ਸ਼ਬਦ ਸੰਗਤ ਦੀ ਝੋਲੀ ਵਿੱਚ ਪਾਏ ਜਾਂਦੇ ਨੇ। ਉਹ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਰਾਮ ਗਇਓ ਰਾਵਣ ਗਇਓ ਜਾਗੋ ਬਹੁ ਪਰਵਾਰ ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਕਹਿੰਦੇ ਕੇਵਲ ਸੰਸਾਰ ਦੇ ਨਾਲ ਲੈ ਨਾ ਪਾਈ, ਤੂੰ ਪਰਮਾਤਮਾ ਦੇ ਨਾਲ ਲੈ ਪਾ ਕੇ ਰੱਖੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਸਿੱਖ ਨੂੰ ਸਮਝਾਉਂਦੇ ਨੇ, ਕੇਵਲ ਕਹਿਣ ਦੀਆਂ ਗੱਲਾਂ ਨਹੀਂ ਕਰਕੇ ਵਿਖਾਉਣਾ ਪੈਂਦਾ ਹੈ। ਆ ਦਿੱਲੀ ਦੀ ਧਰਤੀ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੋਂ ਪਹਿਲਾਂ 3 ਸਿੱਖ
फिर गुरु तेग बहादुर साहब महाराज जामे शहादत पींदे ने उन्हां दा सीस उठा के लेके आउंदा है भाई जैता। भाई जैता जी वख-वख पड़ावां तो रुकते हुए कीरतपुर साहब की धरती ते पहुंचते ने ते जो ही कीरतपुर साहब की धरती ते पहुंचते ने सारा दरबार गुरु तेग बहादुर साहब महाराज का आनंदपुर साहब को चल के कीरतपुर साहब आउंदा है ते गुरु पिता दा सीस देख के 9 साल की उम्र विच गुरु गोबिंद राय जी अपना छोटा जिहा हाथ तलवार दे मुठे उत्ते ले जांदे ने। अपने हाथ नूं रोकदे होया भाई जैता जी नूं सीने नाल ला के कहंदे ने रंगरेटे गुरु के बेटे रहो अंत के संग तुम सदा बेटे। हुण देखो कि कमाल दी घटना है सिख इतिहास विच। पिता दी उम्र छोटी है 9 साल की है पर पुत्र दी उम्र वडेरी है। इतिहास में पहली बारी होया है पिता छोटी उम्र दा पुत्र वड्डी उम्र दा। वड्डी उम्र दे पुत्र नूं गल दे नाल ला के कहंदे ने मैनूं दस दिल्ली दी धरती ते की वापरिया ते भाई जैता कहंदा दाता तेरे सिखां ने कमाल कर दित्ती। आम तौर ते असीं यही गल कहने आ कि उन्हें आख्या तेरे सिखां दी ते वक्री पछाण कोई नहीं, पर नहीं जो डीपली जाके इतिहास को स्टडी करोगे भाई जैता कहंदा सच्चे पातशाह तेरे सिखां ने कमाल कर दी। कहण लगे किवें? कहंदे सच्चे पातशाह एक सिख नूं आरे दे नाल 2 फाड़ कर दिता गया डोलिया नहीं। एक सिख नूं देग विच उबाल दिता गया पर उन्हें सिक्खी दा रंग नहीं लैण दिता। एक सिख नूं जिउंदे नूं रूह विच बन के अग ला के साड़ दिता गया पर उन्हें शीश जबानों नहीं किया। ओ गुरु गुरु जपदा रहा। कहण लगे सच्चे पातशाह और औरंगजेब ने तेरे सिखां नूं भी डलाउण दा यतन कीता, गुरु तेग बहादुर साहब महाराज नूं भी डलाउण दा यतन कीता। ना गुरु डोलिया ना सिख डोले, तेरे सिखां ने कमाल कर दित्ती है ते आ जिहड़ा शीश मैं लैके आया। हुण कदे मन विच विचार हो कि गुरु तेग बहादुर साहब महाराज के धर दा संस्कार जे दिल्ली हो सकता है ते शीश दा नहीं हो सकता। शीश दा भी उत्थे हो सकता सी पर भाई जैता जी की ड्यूटी लगी हुई सी। शीश तां दिल्ली तो आनंदपुर साहब लिआंदा गया क्योंकि शीश विच हुंदी है सोच। जे सोच ही औरंगजेब दी गुलाम हो जाती फिर किन्ने खालसा सजना सी। असल विच उस सोच दे विचों खालसा प्रगट होया। हुण कलगीधर पातशाह गुरु गोबिंद सिंह महाराज कहणगे जैतिया जे गुरु तेग बहादुर साहब महाराज दा शीश नूं लैके आया इस शीश विच जिहड़ी सोच है वो सोच मैं अपने खालसे विच भर देवांगा। समा आया एक विसाख दा ते कलगीधर पातशाह गुरु गोबिंद सिंह महाराज ने चिट्ठियां लिख के पूरे भारत दे विचों सिख संगतां नूं बुलाया। जिथे जिथे गुरु नानक साहब महाराज दे चरण पए उत्थे उत्थे सिख वसते ने। उतों तो चल के संगतां आनंदपुर साहब की धरती ते पहुंचियां ने। 80,000 के इकट्ठ विच खुले पंडाल दे विच एक तंबू लगा होया स्टेज बनी है। उत्थे आशा की वार दा कीर्तन चल रहा हो गया है। सारियां दा ध्यान उस तंबू दे पर्दे उत्ते केंद्रित है कि उहदे विचों गुरु गोबिंद सिंह महाराज आउण ते संगत नूं नवां प्रोग्राम देण। महाराज आए ने, महाराज दे मत्थे उत्ते वट नेत्र लाल हाथ विच तलवार ते संगत नूं ललकार के एक शीश दी मंग महाराज ओ करदा।
ਸਿਰ ਦੇਣ ਵਾਲਾ ਸਰਦਾਰ ਬਣੇਗਾ ਜੱਗ ਵਿੱਚ ਉੱਚਾ ਕਿਰਦਾਰ ਬਣੇਗਾ ਜਿਹੜਾ ਮੌਤ ਕੋਲੋਂ ਨਹੀਂ ਡਰੇ ਆਣ ਕੇ ਜਿਹੜਾ ਮੌਤ ਕੋਲੋਂ ਨਹੀਂ ਡਰੇ ਆਣ ਕੇ ਉੱਠੋ ਕੋਈ ਸੀਸ ਭੇਟਾ ਕਰੇ ਆਣ ਕੇ ਉੱਠੋ ਕੋਈ ਸੀਸ ਭੇਟਾ ਕਰੇ ਆਣ ਕੇ ਹਾਸੇ ਸਰਕਾਰ ਵਿੱਚ ਸਾਰੀ ਸੰਗਤ ਦੇ ਵੱਲੋਂ ਬੇਅੰਤ ਮਨ ਮਾਇਆ ਦੁਆਰਾ ਭੇਜਿਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਜਿੰਨੀ ਵੀ ਸੰਗਤ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸਤਿਗੁਰੂ ਆਪ ਸਭਨਾਂ ਦੀ ਝੋਲੀ ਦੇ ਵਿੱਚ ਰਹਿਮਤਾਂ ਦੀ ਦਾਤ ਪਾਉਣ ਤੇ ਖੁਸ਼ੀਆਂ ਖੇੜਿਆਂ ਦੇ ਨਾਲ ਹਮੇਸ਼ਾ ਆਪ ਜੀ ਦੀ ਝੋਲੀ ਭਰੀ ਰੱਖਣ ਅਤੀ ਸਤਿਕਾਰਯੋਗ ਬਾਬਾ ਸੁਰਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਇੱਕ ਕਮਰੇ ਵਿੱਚ ਬੈਠੇ ਇੱਕ ਵਿਸ਼ੇਸ਼ ਸੁਨੇਹਾ ਭੇਜਿਆ ਕਿ ਕੇਵਲ ਇਤਿਹਾਸ ਦੀ ਗੱਲ ਕਰ ਜਿੱਥੋਂ ਮੈਂ ਅੰਦਾਜ਼ਾ ਲਗਾਇਆ ਬਾਬਾ ਜੀ ਇਤਿਹਾਸ ਦੇ ਪ੍ਰੇਮੀ ਨੇ ਗੁਰਬਾਣੀ ਦੇ ਪ੍ਰੇਮੀ ਨੇ ਮੈਨੂੰ ਬੜੀ ਵਾਰ ਵੱਖ-ਵੱਖ ਸਥਾਨਾਂ ਤੇ ਜਾਣ ਦਾ ਮੌਕਾ ਮਿਲਦਾ ਹੈ ਮੈਂ ਅਕਸਰ ਵੇਖਦਾ ਹਾਂ ਕਿ ਜਿਹੜੇ ਉਸ ਸਥਾਨ ਦੇ ਸੇਵਾਦਾਰ ਹੁੰਦੇ ਨੇ ਉਹ ਕਿਤੇ ਕਮਰੇ ਵਿੱਚ ਬੈਠੇ ਹੁੰਦੇ ਨੇ ਤੇ ਦੀਵਾਨ ਕਿਤੇ ਹੋਰ ਚੱਲਦਾ ਹੁੰਦਾ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਬਾਬਾ ਜੀ ਨੂੰ ਮੈਂ ਸੰਗਤ ਦੇ ਵਿੱਚ ਬੈਠੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪਹਿਲੀ ਵਾਰ ਦੀਦਾਰ ਕਰ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਆਓ ਜੋ ਗੱਲ ਤੁਹਾਡੀ ਸੇਵਾ ਦੇ ਵਿੱਚ ਕਰ ਰਿਹਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਹੱਥ ਵਿੱਚ ਤਲਵਾਰ ਹੈ ਤਲਵਾਰ ਹਵਾ ਵਿੱਚ ਲਹਿਰਾ ਕੇ ਨੇਤਰ ਲਾਲ ਨੇ ਚਿਹਰੇ ਤੇ ਵੱਖਰਾ ਜਲਾਲ ਹੈ ਮੱਥੇ ਤੇ ਵਟ ਨੇ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਗੇ ਸੰਗਤ ਦੇ ਇਕੱਠ ਵਿੱਚੋਂ ਕੋਈ ਉੱਠੇ ਜਿਹੜਾ ਮੇਰੀ ਤੇਗ ਦੀ ਪਿਆਸ ਨੂੰ ਬੁਝਾਵੇ ਆਪਣਾ ਸੀਸ ਮਿਟਾ ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਦਿਨ ਆਪਾਂ ਪਹਿਲਾਂ ਆਰੰਭ ਕੀਤਾ ਵੀ ਵਿਸਾਖੀ ਵਾਲਾ ਦਿਨ ਕਿਉਂ ਚੁਣਿਆ ਜਦ ਅਸੀਂ ਵਿਸਾਖੀ ਦੇ ਪਿਛੋਕੜ ਦੇ ਵਿੱਚ ਜਾਵਾਂਗੇ ਤੇ ਵਿਸਾਖੀ ਦਾ ਬੜਾ ਸੰਬੰਧ ਹੈ ਸਿੱਖ ਇਤਿਹਾਸ ਦੇ ਨਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਇਤਿਹਾਸਕ ਵਿਸਾਖੀਆਂ ਦਾ ਜ਼ਿਕਰ ਸਾਨੂੰ ਤਵਾਰੀਖ ਦੇ ਪੰਨਿਆਂ ਦੇ ਉੱਤੇ ਮਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਦਿਨ ਸੁਲਤਾਨਪੁਰ ਦੀ ਧਰਤੀ ਤੋਂ ਜਗ ਜਲੰਧਰ ਨੂੰ ਠਾਰਨ ਵਾਸਤੇ ਤੁਰਦੇ ਨੇ ਜਿਹਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ ਉਹ ਵੀ ਵਿਸਾਖ ਦਾ ਇੱਕ ਵਿਸਾਖ ਫਿਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ ਬੌਲੀ ਦਾ ਕਰ ਟੁੱਟਦਾ ਹੈ ਭਾਈ ਮਾਨਕੋ ਕਰ ਤੋੜਦਾ ਹੈ ਲੋਕੀ ਕਹਿੰਦੇ ਮਾਨਕ ਡੁੱਬ ਗਿਆ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਾਨਕ ਕਦੇ ਡੁੱਬਿਆ ਨਹੀਂ ਕਰਦਾ ਤੈਰਦਾ ਹੋਇਆ ਭਾਈ ਮਾਨਕ ਉੱਪਰ ਆ ਗਿਆ ਤੇ ਭਾਈ ਪਾਰੋ ਡੱਲੇ ਦਾ ਰਹਿਣ ਵਾਲਾ ਉਹ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬਿਰਾਜਮਾਨ ਹੈ ਭਾਈ ਪਾਰੋ ਕਹਿੰਦਾ ਸਤਿਗੁਰੂ ਇੱਕ ਬੇਨਤੀ ਹੈ ਮਹਾਰਾਜ ਕਹਿੰਦੇ ਦੱਸੋ ਕਹਿੰਦੇ ਸਤਿਗੁਰੂ ਬੇਨਤੀ ਪ੍ਰਵਾਨ ਕਰਨ ਵਾਲੀ ਮਹਾਰਾਜ ਕਹਿੰਦੇ ਦੱਸੋ ਕਿਹੜੀ ਬੇਨਤੀ ਹੈ ਇਹ ਕਹਿੰਦਾ ਸਤਿਗੁਰੂ ਜਦੋਂ ਅਸੀਂ ਭਾਰਤ ਦੀ ਤਵਾਰੀਖ ਪੜ੍ਹਦੇ ਹਾਂ ਉਸ ਤਵਾਰੀਖ ਦੇ ਵਿੱਚ ਇੱਕ ਗੱਲ ਆਉਂਦੀ ਹੈ ਲੋਕਾਂ ਦੇ ਮਨ ਵਿੱਚ 2 ਦਿਨ ਬਹੁਤ ਗੰਭੀਰਤਾ ਦੇ ਨਾਲ ਵਸੇ ਹੋਏ ਨੇ ਇੱਕ ਦੀਵਾਲੀ ਦਾ ਤੇ ਇੱਕ ਵਿਸਾਖੀ ਦਾ ਉਹਦੇ ਤੇ ਇਕੱਠ ਹੁੰਦੇ ਨੇ
ਵੱਖ-ਵੱਖ ਤੀਰਥਾਂ ਤੇ ਲੋਕ ਜਾਂਦੇ ਸਨ, ਕਿਉਂਕਿ ਦੋਨੋਂ ਸਮਿਆਂ ਦੇ ਵਿੱਚ ਫਸਲ ਆਉਣ ਤੋਂ ਪਹਿਲਾਂ ਇੱਕ ਤਿਆਰੀ ਕੀਤੀ ਜਾਂਦੀ ਸੀ। ਧਰਮ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤੇ ਜਾਂਦੇ ਸਨ। ਉਹ ਕਹਿੰਦੇ ਮਹਾਰਾਜ ਅਸੀਂ ਵੀ ਚਾਹੁੰਦੇ ਹਾਂ ਸੰਗਤ ਦੇ ਵਾਸਤੇ ਇਹ ਜਿਹੜਾ ਵਿਸਾਖੀ ਦਾ ਮੇਲਾ ਹੈ ਇਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਰੰਭ ਕੀਤਾ ਜਾਏ। ਪਹਿਲੀ ਵਾਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਪਾਰੋ ਦੇ ਕਹਿਣ ਤੇ ਵਿਸਾਖੀ ਦਾ ਮੇਲਾ ਜਿਹੜਾ ਜੋੜ ਮੇਲਾ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਰੰਭ ਕੀਤਾ। ਗੁਰੂ ਨੇ ਮੇਲੇ ਦੇ ਨਾਲ ਸ਼ਬਦ ਵੀ ਜੋੜ ਵਰਤਿਆ ਵੀ ਸਿੱਖ ਜੇਕਰ ਮੇਲੇ ਵਿੱਚ ਵੀ ਆਵੇ ਉਹ ਆਪਣੇ ਗੁਰੂ ਨਾਲ ਜੁੜ ਜਾਵੇ। ਪਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਅਸੀਂ ਜੋੜ ਮੇਲਿਆਂ ਨੂੰ ਕੇਵਲ ਮੇਲੇ ਬਣਾ ਲਿਆ। ਮੈਂ ਵੇਖ ਰਿਹਾ ਸੀ ਬਾਹਰ ਬਹੁਤ ਸੰਗਤ ਦਾ ਇਕੱਠ ਹੈ ਤੇ ਜਦੋਂ ਮੈਂ ਦੀਵਾਨ ਹਾਲ ਦੇ ਵਿੱਚ ਪਹੁੰਚਾ ਮੈਨੂੰ ਟਾਮਾ ਨਜ਼ਰ ਆਇਆ। ਫਿਰ ਮੇਰੇ ਮਨ ਨੂੰ ਧੀਰਜ ਮਿਲਿਆ। ਗੁਰੂ ਪਾਤਸ਼ਾਹ ਦੀ ਪੰਕਤੀ ਨੇ ਧੀਰਜ ਦਿੱਤਾ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ। ਸੰਗਤ ਦੇ ਵਿੱਚ ਕੇਵਲ ਉਹੀ ਆਉਂਦੇ ਨੇ ਜਿਹੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ। ਬਿਨਾਂ ਭਾਗਾਂ ਦੇ ਸਤ ਸੰਗਤ ਕਦੇ ਨਸੀਬ ਨਹੀਂ ਹੁੰਦੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਪਾਰੋ ਦੇ ਕਹਿਣ ਤੇ ਜਿਹੜਾ ਡੱਲੇ ਪਿੰਡ ਦਾ ਰਹਿਣ ਵਾਲਾ ਹੈ ਉਹਦੇ ਕਹਿਣ ਉੱਤੇ ਪਹਿਲੀ ਵਾਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਿਸਾਖੀ ਦਾ ਜੋੜ ਮੇਲਾ ਆਰੰਭ ਹੋਇਆ। ਉਹੀ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚੁਣਦੇ ਨੇ। ਅਚਾਨਕ ਮਹਾਰਾਜ ਨੇ ਖਾਲਸਾ ਸਿਰਜਣਾ ਦੀ ਤਿਆਰੀ ਨਹੀਂ ਕੀਤੀ। ਇਹਦੇ ਤੋਂ ਪਹਿਲਾਂ ਕੁਝ ਘਟਨਾਵਾਂ ਘਟਦੀਆਂ ਨੇ ਜਿਹਦਾ ਜ਼ਿਕਰ ਕਰਨਾ ਕੋ ਥਾਂ ਨਹੀਂ ਹੋਵੇਗਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਕੇਵਲ ਅਸੀਂ ਤਲਵਾਰ ਵੇਖੀਏ, ਜੰਗਾਂ ਜੁੱਧਾਂ ਲੜਦਿਆਂ ਵੇਖਿਆ, ਇਸ ਤੋਂ ਵੱਧ ਕੁਝ ਨਹੀਂ ਵੇਖਿਆ ਮਹਾਰਾਜ ਦਾ ਜੀਵਨ ਅਸੀਂ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਮਹਾਨ ਤਪਸਵੀ ਵੀਰ ਬਲੀ ਯੋਧਾ ਕੋਈ ਨਹੀਂ। ਇੱਕ ਪੰਜਾਬੀ ਦਾ ਕਵੀ ਲਿਖਦਾ ਹੈ, ਉਹ ਕਹਿੰਦਾ ਮਹਾਬਲੀ ਤਪਸਵੀ ਵੀਰ ਯੋਧਾ ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ, ਉਹ ਗੁਜਰੀ ਦੇ ਦੁੱਧ ਦੀ ਮਹਾਸ਼ਕਤੀ ਮੁੜ ਕੇ ਜੰਮਣਾ ਨਹੀਂ ਉਹਦੇ ਨਾਲ ਦਾ ਪੁੱਤ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਾ ਤੇ ਪਹਿਲਾਂ ਕੋਈ ਹੋਇਆ ਨਾ ਆਉਣ ਵਾਲੇ ਸਮੇਂ ਵਿੱਚ ਹੋਵੇ। ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਦੋ ਟੋਲੀਆਂ ਬਣਾ ਕੇ ਇੱਕ ਨਕਲੀ ਯੁੱਧ ਸਿੱਖਾਂ ਦਾ ਅਭਿਆਸ ਕਰਾਉਂਦੇ ਨੇ, ਉੱਥੇ ਕਲਗੀਧਰ ਪਾਤਸ਼ਾਹ ਕੁਸ਼ਤੀਆਂ ਵੀ ਕਰਵਾਉਂਦੇ ਨੇ, ਉੱਥੇ ਘੋੜਿਆਂ ਦੀਆਂ ਦੌੜਾਂ ਵੀ ਕਰਵਾਉਂਦੇ ਨੇ, ਤੀਰ ਅੰਦਾਜ਼ੀ ਦੇ ਜ਼ੋਹਰ ਵੀ ਮਹਾਰਾਜ ਵੇਖਦੇ ਨੇ, ਤਲਵਾਰਬਾਜ਼ੀ ਦੇ ਨੇਜਾਬਾਜ਼ੀ ਦੇ ਜ਼ੋਹਰ ਵੀ ਮਹਾਰਾਜ ਵੇਖਦੇ ਨੇ। ਤੇ ਕਦੇ ਕਦੇ ਮਹਾਰਾਜ ਹਾਸਰਸ ਦੇ ਜ਼ੋਹਰ ਵੀ ਆਉਣ ਵਾਲੇ ਭੰਡਾਂ ਦੇ ਕੋਲੋਂ ਵੇਖਿਆ ਕਰਦੇ। ਇੱਕ ਦਿਨ ਮਹਾਰਾਜ ਦੇ ਦਰਬਾਰ ਵਿੱਚ ਭੰਡ ਆਏ ਤੇ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਣ ਕੇ ਕਹਿੰਦੇ, ਸਤਿਗੁਰੂ ਸਾਨੂੰ ਸਿੱਖਾਂ ਨੇ ਕਿਹਾ ਹੈ ਬੜਾ ਲੰਮਾ ਸਮਾਂ ਹੋ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੋਈ ਡਰਾਮਾ ਨਹੀਂ ਹੋਇਆ, ਅਸੀਂ ਇੱਕ ਡਰਾਮਾ ਕਰਨਾ ਚਾਹੁੰਦੇ ਹਾਂ। ਮਹਾਰਾਜ ਨੇ ਇਜਾਜ਼ਤ ਦੇ ਦਿੱਤੀ। ਡਰਾਮਾ ਸ਼ਬਦ ਹਿੰਦੀ ਦਾ ਹੈ। ਹੁਣ ਮਹਾਰਾਜ ਨੇ ਉਹਨੂੰ ਇਜਾਜ਼ਤ ਦੇ ਦਿੱਤੀ ਤੇ ਜਦੋਂ ਇਜਾਜ਼ਤ ਦਿੱਤੀ ਹੈ ਉਹਨਾਂ ਭੰਡਾਂ ਨੇ ਡਰਾਮਾ ਸ਼ੁਰੂ ਕਰ ਦਿੱਤਾ, ਨਾਟਕ ਸ਼ੁਰੂ ਕਰ ਦਿੱਤਾ। ਇੱਕ ਜਿਹੜਾ ਸਭ ਤੋਂ ਭਾਰੀ ਸਰੀਰ ਦਾ ਉਹਨਾਂ ਦੇ ਵਿੱਚ ਸੀ, ਉਹਨੇ ਇੱਕ ਲੰਬਾ ਤੋੜਾ ਪਾਇਆ ਹੈ, ਇੱਕ ਸਿੰਘਾਸਨ ਰੱਖਿਆ, ਉਹਦੇ ਉੱਤੇ ਬੈਠਾ ਹੈ। ਉਹ ਆਪਣੇ ਲਾਗੇ ਕੋਈ ਚੇਲੇ ਕਰਨੇ ਨੂੰ ਬਣਾਉਂਦਾ ਹੈ, ਉਹਨਾਂ ਨੂੰ ਬੁਲਾ ਕੇ ਕਹਿੰਦਾ ਜਾਓ ਕਾਰ ਭੇਟਾ ਉਗਰਾ ਕੇ ਲੈ ਕੇ ਆ। ਉਹ ਜਾਂਦੇ ਨੇ ਇੱਕ ਸਿੱਖ ਦੇ ਘਰ ਦੇ ਵਿੱਚ। ਸਿੱਖ ਬੜਾ ਗਰੀਬ ਹੈ, ਉਹਨੂੰ ਕਹਿੰਦੇ ਵੀ ਤੇਰਾ ਦਸਵੰਧ ਨਹੀਂ ਆਇਆ। ਉਹਦੇ ਘਰ ਵਾਲੀ ਬੜੇ ਅਦਬ ਦੇ ਨਾਲ ਜਿੰਨੇ ਰੁਪਈਏ ਸਨ ਉਹਦੇ ਘਰ ਦੇ ਵਿੱਚ, ਉਹਦੇ ਵਿੱਚੋਂ ਕੁਝ ਰੁਪਈਏ ਤੇ ਕੁਝ ਦਾਣੇ ਲਿਆ ਕੇ ਉਹਨਾਂ ਨੂੰ ਭੇਟ ਕਰ ਦਿੱਤੇ। ਉਹ ਕਹਿੰਦੇ ਕੇਵਲ ਇਹਨਾਂ ਤੇਰਾ ਤਾਂ ਇੰਨੇ ਮਹੀਨੇ ਹੋ ਗਿਆ ਦਸਵੰਧ ਨਹੀਂ ਆਇਆ। ਉਹ ਕਹਿੰਦੇ ਨੇ ਵੀ ਸਾਡੇ ਕੋਲ ਕੇਵਲ ਇੰਨਾ ਸਰਦਾ, ਅਸੀਂ ਗਰੀਬ ਹਾਂ। ਉਹਨੂੰ ਕੁੱਟਦੇ ਨੇ, ਮਾਰਦੇ ਨੇ। ਤੇ ਜਦੋਂ ਮਹਾਰਾਜ ਦੇ ਸਾਹਮਣੇ ਸਾਰਾ ਵਰਤਾਰਾ ਵਾਪਰਿਆ, ਮਹਾਰਾਜ ਉਹਨੂੰ ਨਾਟਕ ਨੂੰ ਵਿਚਕਾਰ ਰੋਕ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸੱਚਮੁੱਚ ਹੋ ਰਿਹਾ? ਕਹਿਣ ਲੱਗੇ ਹਾਂ। ਉਹ ਜਿਹੜਾ ਸਭ ਤੋਂ ਵੱਡਾ ਭਾਰੀ ਸਰੀਰ ਵਾਲਾ ਆਸਨ ਆ ਕੇ ਬੈਠਾ ਉਹ ਇੱਕ ਮਸੰਦ। ਮਸੰਦ ਸ਼ਬਦ ਬੜਾ ਪਵਿੱਤਰ ਸੀ, ਪਰ ਅੱਜ ਐਡਾ ਭ੍ਰਿਸ਼ਟ ਸ਼ਬਦ ਲੱਗਦਾ ਹੈ ਸਾਨੂੰ। ਜਦ ਵੀ ਕੋਈ ਬੰਦਾ ਮਾੜੇ ਕਰਮ ਕਰਦਾ ਉਹਦੇ ਵਾਸਤੇ ਮਸੰਦ ਵਰਤਿਆ ਜਾਂਦਾ ਹੈ ਤੇ ਮਸੰਦ ਹੋ ਗਿਆ। ਅੱਜ ਅਸੀਂ ਕਹਿੰਦੇ ਗੋਲਕਾਂ ਦੇ ਉੱਤੇ ਮਸੰਦਾਂ ਦਾ ਕਬਜ਼ਾ ਹੋ ਗਿਆ, ਐਸੇ ਸ਼ਬਦ ਵਰਤੇ ਹਨ। ਕਿਉਂਕਿ ਉਹਨਾਂ ਜਿਹੜੇ ਪ੍ਰਚਾਰਕ ਗੁਰੂ ਅਮਰਦਾਸ ਮਹਾਰਾਜ ਦੇ ਥਾਪੇ ਸਨ, ਉਹ ਮਹਾਰਾਜ ਤੱਕ ਆਉਂਦੇ ਭ੍ਰਿਸ਼ਟ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਆਉਂਦੇ ਭ੍ਰਿਸ਼ਟ ਹੋ ਗਏ। ਮਹਾਰਾਜ ਕਹਿੰਦੇ ਕਿ ਜੋ ਦਿਖਾਇਆ ਜਾ ਰਿਹਾ ਉਹ ਸੱਚ ਹੈ, ਤੇ ਡਰਾਮਾ ਕਰਨ ਵਾਲੇ ਕਹਿੰਦੇ ਹਾਂ ਮਹਾਰਾਜ ਸੱਚ ਹੈ। ਕੁਝ ਸਿੱਖਾਂ ਨੇ ਆਖਿਆ ਮਹਾਰਾਜ ਸੱਚ ਹੈ। ਮਹਾਰਾਜ ਨੇ ਨਾਟਕ ਰੋਕ ਦਿੱਤਾ, ਗੰਭੀਰ ਹੋ ਗਏ। ਸੋਚਣ ਲੱਗਦਾ ਹੈ, ਕਈ ਕਈ ਸੋਚਾਂ ਵਿੱਚ ਵਲੀਨ ਰਹੇ। ਇੱਕ ਹੋਰ ਘਟਨਾ ਘਟੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ।
ਇੱਕ ਸਿੱਖ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ, ਪਰ ਕੁਝ ਬੰਦੇ ਉਹਨੂੰ ਅੰਦਰ ਨਹੀਂ ਜਾਣ ਦਿੰਦੇ ਦਰਬਾਰ ਵਿੱਚ। ਹੁਣ ਕਈ ਦਿਨ ਵਿਚਾਰਾ ਭਟਕਦਾ ਰਿਹਾ, ਉਹ ਜਦ ਵੀ ਅੰਦਰ ਜਾਣ ਦਾ ਯਤਨ ਕਰਦਾ ਹੈ, ਕੁਝ ਬੰਦੇ ਉਹਨੂੰ ਦਰਬਾਰ ਤੋਂ ਦੂਰ ਲੈ ਜਾਂਦੇ, ਉਹਨੂੰ ਧਮਕਾਉਂਦੇ ਨੇ, ਤੂੰ ਦਰਬਾਰ ਦੇ ਵਿੱਚ ਨਹੀਂ ਜਾਣਾ, ਤੂੰ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਪੇਸ਼ ਨਹੀਂ ਹੋਣਾ। ਅਖੀਰ ਇੱਕ ਦਿਨ ਉਹਨੇ ਫੈਸਲਾ ਕਰ ਲਿਆ ਵੀ ਜੇਕਰ ਮੈਂ ਗੁਰੂ ਸਾਹਿਬ ਦੇ ਕੋਲ ਨਹੀਂ ਜਾ ਸਕਦਾ, ਗੁਰੂ ਸਾਹਿਬ ਦੇ ਦਰਬਾਰ ਵਿੱਚ ਆਉਂਦੇ ਨਾ ਇਸੇ ਰਸਤੇ ਲੰਘਦੇ ਨੇ, ਮੈਂ ਰਸਤੇ ਵਿੱਚ ਬੈਠ ਜਾਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਵਿੱਚ ਹਾਜ਼ਰ ਹੋਣ ਵਾਸਤੇ ਪਹੁੰਚ ਰਹੇ ਨੇ, ਆ ਰਹੇ ਨੇ, ਤੇ ਉਹ ਸਿੱਖ ਮਹਾਰਾਜ ਦੇ ਸਾਹਮਣੇ ਆ ਗਿਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ, ਸੱਚੇ ਪਾਤਸ਼ਾਹ, ਬੜੀ ਦਰਸ਼ਨਾਂ ਦੀ ਚਾਹਤ ਸੀ, ਪਰ ਤੁਹਾਡੇ ਦਰਸ਼ਨ ਕਰਨ ਦੇ ਵਿੱਚ ਵੀ ਰੁਕਾਵਟ ਬਣਦੀ ਰਹੀ ਹੈ। ਮਹਾਰਾਜ ਕਹਿੰਦੇ, ਕੌਣ? ਕਹਿੰਦੇ, ਮਹਾਰਾਜ ਕੁਝ ਬੰਦੇ ਮੈਨੂੰ ਦਰਬਾਰ ਵਿੱਚ ਜਾਣ ਨਹੀਂ ਦਿੰਦੇ। ਮਹਾਰਾਜ ਆਪ ਉਹਨੂੰ ਨਾਲ ਲੈ ਕੇ ਆਪ ਘੋੜੇ ਤੋਂ ਉਤਰੇ, ਉਹਦੇ ਮੋਢੇ ਤੇ ਹੱਥ ਰੱਖ ਕੇ ਗਲਵਕੜੀ ਵਿੱਚ ਲੈ ਕੇ ਮਹਾਰਾਜ ਦਰਬਾਰ ਵਿੱਚ ਲੈ ਗਏ। ਕੇਵਲ ਦਰਬਾਰ ਵਿੱਚ ਆਪ ਲੈ ਕੇ ਨਹੀਂ ਗਏ, ਆਪਣੇ ਕੋਲ ਆਪਣੇ ਸਿੰਘਾਸਨ ਤੇ ਬਿਠਾਇਆ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਦੋਂ ਬੈਠਾ ਹੈ, ਇੱਕ ਮਸੰਦ ਹੈ ਗੁਰੂ ਕੇ ਦਰਬਾਰ ਦਾ, ਉਹ ਵੇਖਦਾ ਹੈ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ, ਮਹਾਰਾਜ ਆ ਕਿਸ ਬੰਦੇ ਨੂੰ ਕੋਲ ਬਿਠਾ ਲਿਆ? ਉਹਦਾ ਨਾਮ ਹੈ ਚੇਤੋ ਮਸੰਦ। ਕਹਿੰਦਾ, ਮਹਾਰਾਜ ਆ ਕਿਸ ਬੰਦੇ ਨੂੰ ਬਿਠਾ ਲਿਆ ਕੋਲ? ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣਗੇ, ਚੇਤੋ ਇਹ ਵੀ ਸਾਡਾ ਪਿਆਰਾ ਹੈ, ਸਾਨੂੰ ਪਿਆਰ ਕਰਨ ਵਾਲਾ ਹੈ, ਤਦ ਕੋਲ ਬਿਠਾਇਆ। ਕਹਿਣਗੇ, ਮਹਾਰਾਜ ਇਹ ਤੇ ਕਈਆਂ ਦਿਨਾਂ ਦਾ ਆਇਆ, ਮੈਂ ਤਾਂ ਤੁਹਾਨੂੰ ਤੁਹਾਡੇ ਦਰਬਾਰ ਵਿੱਚ ਇਹਨੂੰ ਆਉਣ ਤੋਂ ਰੋਕਿਆ ਹੋਇਆ ਸੀ। ਕਹਿਣ ਲੱਗੇ, ਕਿਉਂ? ਮਹਾਰਾਜ ਦੀ ਅਕਲ ਟਿਕਾਣੇ ਨਹੀਂ, ਪਤਾ ਨਹੀਂ ਇਹਨੇ ਕੀ ਬੋਲ ਦੇਣਾ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚੇਤੋ ਦੀਆਂ ਗੱਲਾਂ ਸੁਣ ਕੇ ਕਹਿਣਗੇ, ਸਿੱਖਾ, ਤੂੰ ਕਈਆਂ ਦਿਨਾਂ ਦਾ ਆਇਆ, ਪਰ ਤੇਰੀ ਕਾਰ ਭੇਟਾ ਕਦੇ ਨਹੀਂ ਆਈ, ਤੂੰ ਆਪ ਤੇ ਆ ਗਿਆ। ਤੇਰੇ ਮਨ ਵਿੱਚ ਇਹ ਖਿਆਲ ਨਹੀਂ ਆਇਆ ਮੈਂ ਕੁਝ ਭੇਟਾ ਵੀ ਲੈ ਕੇ ਆਵਾਂ? ਕਹਿਣ ਲੱਗਾ, ਮਹਾਰਾਜ ਆਇਆ, ਮੈਂ ਭੇਟਾ ਲੈ ਕੇ ਨਹੀਂ ਆਇਆ, ਮੈਂ ਆਪਣੀ ਦਸਵੰਧ ਦੀ ਕਮਾਈ ਵਿੱਚੋਂ ਭੇਟਾ ਪਹਿਲਾਂ ਭੇਜ ਦਿੱਤੀ ਹੈ। ਕਹਿਣ ਲੱਗੇ, ਕੀ ਭੇਟਾ ਭੇਜੀਏ? ਮਹਾਰਾਜ 2 ਸੋਨੇ ਦੇ ਕੜੇ ਭੇਜੇ। ਕਿਹਦੇ ਰਾਹੀਂ ਭੇਜੇ ਨੇ? ਮਹਾਰਾਜ ਆ ਜਿਹੜਾ ਸਾਡੇ ਇਲਾਕੇ ਦਾ ਮਸੰਦ ਹੈ ਚੇਤੋ, ਇਹਦੇ ਰਾਹੀਂ ਭੇਜੇ ਨੇ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਜੇ ਬੋਲੇ ਨਹੀਂ। ਚੇਤੋ ਪਹਿਲਾਂ ਕਹਿੰਦਾ, ਮਹਾਰਾਜ ਮੈਂ ਤੁਹਾਨੂੰ ਆਖਿਆ ਸੀ ਇਹ ਕਮਲਾ ਹੈ, ਬੌਰਾ ਹੈ, ਇਹਨੇ ਪਤਾ ਨਹੀਂ ਕੀ ਕਹਿ ਦੇਣਾ ਹੈ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਚੇਤੋ ਜੋ ਇਹ ਕਹਿ ਰਿਹਾ ਸੱਚ ਕਹਿ ਰਿਹਾ? ਕਹਿਣ ਲੱਗਾ, ਮਹਾਰਾਜ ਬਿਲਕੁਲ ਨਹੀਂ, ਮੈਂ ਤੇ ਇੱਕ ਪੈਸਾ ਤੁਹਾਡੇ ਦਰਬਾਰ ਵਿੱਚ ਖਜ਼ਾਨੇ ਵਿੱਚ ਲਿਆ ਕੇ ਜਮ੍ਹਾਂ ਕਰਾਉਣਾ, ਤੇ 2 ਘੜਿਆਂ ਦੀ ਗੱਲ ਕਰਦਾ ਹੈ। ਉਹ ਕਹਿੰਦਾ, ਨਹੀਂ ਮਹਾਰਾਜ ਮੈਂ ਜੋ ਕਹਿ ਰਿਹਾ ਸੱਚ ਕਹਿ ਰਿਹਾ, ਮੈਂ ਦਸਵੰਧ ਦੀ ਮਾਇਆ ਵਿੱਚੋਂ ਤੁਹਾਡੇ ਵਾਸਤੇ ਸੋਨੇ ਦੇ ਕੜੇ ਬਣਵਾਏ, ਉਹ ਇਹਦੇ ਹੱਥ ਵਿੱਚ ਦਿੱਤੇ, ਪਰ ਕਮਾਲ ਦੀ ਗੱਲ ਹੈ ਤੁਹਾਨੂੰ ਮਿਲੇ ਨਹੀਂ। ਚੇਤੋ ਕਹਿੰਦਾ, ਮਹਾਰਾਜ ਮੈਂ ਇੰਨੇ ਸਾਲਾਂ ਤੋਂ ਤੁਹਾਡਾ ਮਸੰਦ ਦਾ ਪ੍ਰਚਾਰ ਕਰਦਾ, ਕਾਰ ਭੇਟਾ ਉਗਰਾ ਕੇ ਲੈ ਕੇ ਆਉਣਾ, ਮੇਰੇ ਤੇ ਤੁਹਾਨੂੰ ਯਕੀਨ ਨਹੀਂ, ਇਹਦੇ ਤੇ ਜ਼ਿਆਦਾ ਯਕੀਨ ਹੈ। ਹੁਣ ਮਹਾਰਾਜ ਕਹਿੰਦੇ, ਸੱਚੋ ਸੱਚ ਦੱਸਦੇ ਹੋ? ਨਹੀਂ ਮੰਨਦਾ। ਮਹਾਰਾਜ ਇੱਕ ਸਿੱਖ ਨੂੰ ਆਵਾਜ਼ ਦਿੰਦੇ, ਕਹਿੰਦੇ 2 ਸਿੱਖ ਹੋਰ ਲੈ ਨਾਲ, ਤਿੰਨੇ ਜਾਣੋ ਚੇਤੋ ਦੇ ਘਰ ਜਾਓ, ਇਹਦੇ ਘਰ ਵਾਲੀ ਨੂੰ ਜਾ ਕੇ ਆਖੋ ਕਿ ਜਿਹੜੇ ਕੜੇ ਤੈਨੂੰ ਲਿਆ ਕੇ ਦਿੱਤੇ ਨੇ ਉਹ ਕੜੇ ਸਾਨੂੰ ਦੇ ਦੇ, ਕਿਉਂਕਿ ਇਹ ਕੜੇ ਬਣਾਉਣ ਵਾਲਾ ਕਾਰੀਗਰ ਆਇਆ, ਨਾਮ ਚੇਤੋ ਦਾ ਲੈਣਾ ਵੀ ਇਹਨੇ ਮੰਗਵਾਏ ਨੇ, ਤੈਨੂੰ ਹੋਰ ਕੜੇ ਬਣਵਾ ਕੇ ਦੇਣੇ। ਮਹਾਰਾਜ ਦੀ ਬਾਣੀ ਕਹਿੰਦੀ, ਇਸਤਰੀ ਲੋੜੇ ਕਾਮਾ ਰੂਪਾ। ਹੁਣ ਕਾਮਨ ਭਾਵ ਸੋਨਾ, ਰੂਪਾ, ਚਾਂਦੀ, ਗਹਿਣਿਆਂ ਦੇ ਨਾਲ ਇਸਤਰੀ ਦਾ ਬਹੁਤ ਪਿਆਰ ਹੁੰਦਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਦੇ ਭੇਜੇ ਹੋਏ ਸਿੱਖ ਨੂੰ ਇਹ ਕਹਾਣੀ ਰਚਦੇ ਨੇ, ਉਹ ਦੋਨੋਂ ਸੋਨੇ ਦੇ ਕੰਗਣ ਦੇ ਮਹਾਰਾਜ ਦੇ ਸਾਹਮਣੇ ਲਿਆ ਕੇ ਪੇਸ਼ ਕੀਤੇ ਜਾਂਦੇ ਨੇ। ਤੇ ਜਿਉਂ ਹੀ ਮਹਾਰਾਜ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਨੇ, ਚੇਤੋ ਛਿੱਥਾ ਪੈ ਗਿਆ, ਨੀਵੀਂ ਪਾ ਲਈ। ਹੁਣ ਉਹਦੇ ਕੋਲ ਕੋਈ ਸਵਾਲ ਨਹੀਂ। 2 ਘਟਨਾਵਾਂ ਮਹਾਰਾਜ ਦੇ ਸਾਹਮਣੇ ਘਟੀਆਂ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਉਸ ਸਮੇਂ ਗੋਬਿੰਦ ਰਾਏ ਨੇ, ਉਹ ਐਲਾਨ ਕਰਦੇ ਨੇ, ਮੈਂ ਆਪਣੇ ਸਿੱਖ ਅਤੇ ਆਪਣੇ ਵਿਚਕਾਰ ਜਿਹੜਾ ਵਿਚੋਲਾ ਮਸੰਦ ਦੇ ਰੂਪ ਵਿੱਚ ਇਹਨੂੰ ਬਾਹਰ ਕੱਢ ਦਿਆਂਗਾ। ਇਹ ਬਾਹਰ ਨਿਕਲੇਗਾ ਜਦ ਮੇਰਾ ਸਿੱਖ ਖਾਲਸਾ ਬਣ ਜਾਵੇਗਾ। ਖਾਲਸਾ 2 ਭਾਸ਼ਾਵਾਂ ਦਾ ਸ਼ਬਦ ਹੈ, ਫਾਰਸੀ ਵਿੱਚ ਵੀ ਵਰਤਿਆ ਜਾਂਦਾ ਹੈ, ਅਰਬੀ ਵਿੱਚ ਵੀ ਵਰਤਿਆ ਜਾਂਦਾ ਹੈ। ਅਸਕੀ ਨੂੰ ਰਲ ਗੱਲ ਕਰ ਲਿਆ। ਫਾਰਸੀ ਵਿੱਚ ਇਹਦੇ ਅਰਥ ਅਲੱਗ ਨੇ, ਅਰਬੀ ਵਿੱਚ ਹੋਰ ਨੇ।
ਫਾਰਸੀ ਵਿੱਚ ਇਹਦੇ ਅਰਥ ਬਣਦੇ ਨੇ ਸ਼ੁੱਧ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ। ਇਹਨੂੰ ਪੰਜਾਬੀ ਵਿੱਚ ਅਸੀਂ ਖਾਲਸ ਵੀ ਕਹਿ ਸਕਦੇ, ਬਹੁਤਾ ਪ੍ਰਚਾਰਿਆ ਜਾਣ ਵਾਲਾ ਸ਼ਬਦ। ਪਰ ਅਰਬੀ ਵਿੱਚ ਇਹਦੇ ਅਰਥ ਬਣਦੇ ਨੇ ਉਹ ਜ਼ਮੀਨ ਜਿਹਦੇ ਤੇ ਸਿੱਧਾ ਬਾਦਸ਼ਾਹ ਦਾ ਅਧਿਕਾਰ ਹੈ, ਕਿਸੇ ਹੋਰ ਦਾ ਅਧਿਕਾਰ ਨਹੀਂ। ਜਿਸ ਜ਼ਮੀਨ ਦੇ ਜ਼ਮੀਂਦਾਰ ਨੂੰ ਕੋਈ ਟੈਕਸ ਨਾ ਦੇਣਾ ਪਵੇ, ਮਾਮਲਾ ਨਾ ਦੇਣਾ ਪਵੇ, ਉਹ ਜ਼ਮੀਨ ਜਿਹੜੀ ਕੇਵਲ ਤੇ ਕੇਵਲ ਬਾਦਸ਼ਾਹ ਦੇ ਅਧਿਕਾਰ ਹੈ। ਪਹਿਲੀ ਵਾਰ ਤਵਾਰੀਖ ਦੇ ਵਿੱਚ ਜਿਹੜਾ ਸ਼ਬਦ ਵਰਤਿਆ ਗਿਆ ਉਹ ਬਾਦਸ਼ਾਹ ਅਕਬਰ ਦਾ ਇੱਕ ਦੀਵਾਨ ਸੀ ਟੋਡਰਮਲ। ਉਹਨੇ ਜ਼ਮੀਨ ਨੂੰ 4 ਹਿੱਸਿਆਂ ਵਿੱਚ ਵੰਡਿਆ। 4 ਹਿੱਸਿਆਂ ਵਿੱਚ ਵੰਡ ਕੇ ਇੱਕ ਹਿੱਸੇ ਦਾ ਨਾਮ ਉਹਨੇ ਖਾਲਸਾ ਜ਼ਮੀਨ ਰੱਖਿਆ, ਜਿਹਦੇ ਤੇ ਸਿੱਧਾ ਅਕਬਰ ਦਾ ਅਧਿਕਾਰ ਸੀ। ਪਰ ਉਸ ਤੋਂ ਪਹਿਲਾਂ ਵੀ ਗੁਰਬਾਣੀ ਵਿੱਚ ਸ਼ਬਦ ਵਰਤਿਆ ਜਾਂਦਾ ਹੈ। ਗੁਰਬਾਣੀ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਹੈ, ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਾਂ ਜਾਨੀ। ਜਿਨ੍ਹਾਂ ਨੇ ਪ੍ਰੇਮਾ ਭਗਤੀ ਜਾਣੀ, ਭਗਤ ਕਬੀਰ ਜੀ ਕਹਿੰਦੇ ਉਹ ਖਾਲਸੇ, ਉਹਨਾਂ ਦਾ ਸੰਬੰਧ ਕੇਵਲ ਪਰਮਾਤਮਾ ਨਾਲ ਜੁੜ ਗਿਆ। ਹੁਣ ਗੁਰੂ ਗੋਬਿੰਦ ਰਾਏ ਮਹਾਰਾਜ ਉਹ ਵੀ ਇਹਨਾਂ ਮਸੰਦਾਂ ਨੂੰ ਵਿੱਚੋਂ ਕੱਢ ਕੇ ਆਪਣੇ ਸਿੱਖ ਦਾ ਸੰਬੰਧ ਕੇਵਲ ਤੇ ਕੇਵਲ ਅਕਾਲ ਪੁਰਖ ਦੇ ਨਾਲ ਜੋੜਨ ਦੇ ਵਾਸਤੇ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕੇਸ ਕਰਦੇ ਲੱਗੇ ਹੋਏ ਦੀਵਾਨ ਵਿੱਚ ਅਸੀਂ 5 ਕਿਲਿਆਂ ਦਾ ਜ਼ਿਕਰ ਕਰਦੇ ਹਾਂ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਨੰਦਗੜ੍ਹ, ਤਾਰਾਗੜ੍ਹ, ਹੋਲਗੜ੍ਹ, ਲੋਹਗੜ੍ਹ ਆਦਿ ਕੇਸਗੜ੍ਹ ਵੀ ਅਸੀਂ ਕਿਲਿਆਂ ਵਿੱਚ ਮਿਲਦੇ, ਪਰ ਕੇਸਗੜ੍ਹ ਕਿਲਾ ਨਹੀਂ ਯਾਦ ਰੱਖੋ। ਜਦੋਂ ਅਸੀਂ ਡੀਪਲੀ ਜਾ ਕੇ ਇਸ ਗੱਲ ਨੂੰ ਵਾਚਾਂਗੇ, ਕੇਸਗੜ੍ਹ ਕਿਲਾ ਨਹੀਂ, ਜਿਸ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 5 ਕੱਕਿਆਂ ਵਿੱਚ ਕੇਸ ਦਿੱਤੇ, ਉਹ ਥਾਂ ਕੇਸਗੜ੍ਹ ਹੈ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਐਲਾਨ ਹੈ, ਪਰ ਇਸੇ ਐਲਾਨ ਦੇ ਨਾਲ ਜਦੋਂ ਮਹਾਰਾਜ ਸ਼ੀਸ਼ ਦੀ ਮੰਗ ਕਰਦੇ ਨੇ, ਪੂਰੀ ਸੰਗਤ ਵਿੱਚ 80,000 ਦੇ ਇਕੱਠ ਵਿੱਚ ਸਨਾਟਾ ਛਾ ਜਾਂਦਾ, ਮੌਤ ਵਰਗੀ ਚੁੱਪ ਵਰਤ ਜਾਂਦੀ ਹੈ। ਤੇ ਜੋ ਹੀ ਮੌਤ ਵਰਗੀ ਚੁੱਪ ਵਰਤੀ ਹੈ, ਕਲਗੀਧਰ ਪਾਤਸ਼ਾਹ ਦੂਸਰੀ ਵਾਰ ਆਵਾਜ਼ ਦਿੰਦੇ ਨੇ, ਉੱਠੇ ਕੋਈ ਸੂਰਮਾ, ਉੱਠੇ ਕੋਈ ਸਿੱਖ ਦਾ ਬੇਟਾ ਜੋ ਸੀਸ ਕਰੇ ਬੇਟਾ। ਹੁਣ ਕਲਗੀਧਰ ਪਾਤਸ਼ਾਹ ਜਦੋਂ ਦੂਸਰੀ ਵਾਰ ਆਵਾਜ਼ ਦਿੰਦੇ ਨੇ, ਤਦ ਵੀ ਕੋਈ ਨਹੀਂ ਉੱਠਦਾ। ਤੀਸਰੀ ਵਾਰ ਮਹਾਰਾਜ ਨੇ ਆਵਾਜ਼ ਦਿੱਤੀ ਤੇ ਜੇ ਜੱਗਾ ਕਰਦਾ ਇੱਕ ਨੌਜਵਾਨ ਹੋ ਗਿਆ। ਉਹ ਨੌਜਵਾਨ ਲਾਹੌਰ ਦਾ ਰਹਿਣ ਵਾਲਾ ਹੈ। ਲਾਹੌਰ ਦੇ ਵਿੱਚੋਂ ਆਇਆ ਹੋਇਆ ਉਹ ਜਿਹੜਾ ਨੌਜਵਾਨ ਹੈ, ਉਹ ਉੱਠਿਆ ਏ, ਅਗਾਹ ਵਧਿਆ ਏ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵੱਲ ਤੁਰ ਪਿਆ। ਇਹ ਸਿੱਖ ਦਾ ਨਾਮ ਹੈ ਦਇਆ ਰਾਮ। ਇਹ ਦਇਆ ਰਾਮ ਅੱਜ ਪਹਿਲੀ ਵਾਰ ਅਨੰਦਪੁਰ ਸਾਹਿਬ ਨਹੀਂ ਆਇਆ। ਖੱਤਰੀਆਂ ਦਾ ਮੁੰਡਾ, ਉਹ ਗੁਰੂ ਕੇ ਦਰਬਾਰ ਵਿੱਚ ਜਾਤ ਪਾਤ ਦਾ ਕੋਈ ਸੰਬੰਧ ਨਹੀਂ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ, ਇਸ ਕਰਮ ਦਾ ਚੱਲੇ ਬਹੁਤ ਵਿਕਾਰਾ। ਕਹਿੰਦੇ ਜਾਤ ਕਰਕੇ ਕੋਈ ਵੱਡਾ ਨਹੀਂ, ਕਰਮ ਕਰਕੇ ਬੰਦਾ ਵੱਡਾ ਹੈ। ਤੇ ਰੱਬ ਦੀ ਦਰਗਾਹ ਵਿੱਚ ਕੇਵਲ ਕਰਮ ਵਾਚੇ ਜਾਂਦੇ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਚੰਗੇ ਕਰਮਾਂ ਕਰਕੇ ਬੰਦਾ ਰੱਬ ਦੇ ਨੇੜੇ ਹੈ, ਗੁਰੂ ਦੇ ਨੇੜੇ ਹੈ। ਮਾੜੇ ਕਰਮਾਂ ਕਰਕੇ ਬੰਦਾ ਰੱਬ ਤੋਂ ਦੂਰ ਹੈ। ਕਰਮ ਕਰਕੇ ਤੇ ਚੰਦੂ ਤੇ ਗੰਗੂ ਬ੍ਰਾਹਮਣ, ਪਰ ਕਰਮ ਤੇ ਉਹਨਾਂ ਦਾ ਮਾੜਾ ਹੈ। ਕਰਮ ਕਰਕੇ ਭਗਤ ਰਵਿਦਾਸ ਜੀ ਚਮੜੇ ਦਾ ਕੰਮ ਕਰਦੇ ਨੇ, ਜੁੱਤੀਆਂ ਬਣਾਉਣ ਦਾ ਕੰਮ ਕਰਦੇ ਨੇ, ਪਰ ਅਸੀਂ ਉਹਨਾਂ ਦੀ ਬਾਣੀ ਨੂੰ ਨਮਸਕਾਰ ਕਰਦੇ ਹਾਂ, ਕਿਉਂਕਿ ਕਰਮ ਵੱਡਾ ਹੈ। ਗੁਰੂ ਦੇ ਦਰਬਾਰ ਵਿੱਚ ਕੇਵਲ ਕਰਮ ਵਾਚੇ ਜਾਂਦੇ ਨੇ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲ ਵਧਣ ਵਾਲਾ ਇਹ ਭਾਈ ਦਇਆ ਰਾਮ, ਖੱਤਰੀਆਂ ਦਾ ਮੁੰਡਾ, ਇਹ ਅਸਲ ਵਿੱਚ 1686 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜਿਹੜਾ ਪਹਿਲਾ ਯੁੱਧ ਮਹਾਰਾਜ ਲੜਦੇ ਨੇ। ਅਸੀਂ ਕਈ ਵਾਰੀ ਮੇਰੇ ਵਰਗੇ ਪ੍ਰਚਾਰਕ ਇਹ ਗੱਲ ਸੁਣਾਉਂਦੇ ਨੇ, ਮਹਾਰਾਜ ਨੇ ਆਖਿਆ ਦਇਆ ਰਾਮਾ, ਤੇਰੇ ਹੱਥ ਵਿੱਚ ਤਲਵਾਰ ਤੇ ਦੁਸ਼ਮਣ ਨਾਲ ਲੜ ਪਵੇਂਗਾ। ਤੇ ਕਿਹਾ ਜਾਂਦਾ ਵੀ ਉਹਦਾ ਜਵਾਬ ਸੀ, ਕਾਮ ਹਮਾਰਾ ਤੋਲਨ ਤਕੜੀ, नंगी गर्द कबू ने पकड़ी, चिड़ी उड़े डर से मर जाऊं, दुश्मन से कैसे लड़ पाऊं। पर जदों इहदे पिछोकड़ में जावांगे, भाई दया राम ते पहले तलवार फड़ के भंगाणी दे जंग विच गुरु गोबिंद सिंह महाराज वल्लों दुश्मन दा मुकाबला करदा है। केवल भाई दया राम नहीं, बाकी जिन्हां पंजां प्यारिਆਂ ਦਾ ਜ਼ਿਕਰ ਹੋਣਾ, ਉਹ ਪੰਜ ਤੇ ਪੰਜ ਹੀ 1687 ਦੇ ਵਿੱਚ ਜਿਹੜਾ ਭੰਗਾਣੀ ਦਾ ਯੁੱਧ ਲੜਿਆ ਜਾਂਦਾ, ਉਹਦੇ ਵਿੱਚ ਹੱਥ ਵਿੱਚ ਤੇਗ ਲੈ ਕੇ ਮੈਦਾਨੇ ਜੰਗ ਵਿੱਚ ਦੁਸ਼ਮਣ ਦੇ ਨਾਲ ਜੂਝਦੇ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਦੇ ਵੱਲ ਭਾਈ ਦਇਆ ਰਾਮ ਵਧਿਆ ਹੈ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆ ਕੇ ਸੀਸ ਰੱਖਿਆ। ਜਿਉਂ ਹੀ ਸੀਸ ਰੱਖਿਆ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਦਇਆ ਰਾਮਾ
बड़ी देर लगा दी उठने वास्ते। कहने लगा सच्चे पातशाह मेरा सिर हाजिर है। हुण महाराज कहने लगे सिर तेरा है? कहने लगा नहीं सच्चे पातशाह अजे भी भुलेखे विच हां, मेरा मुझ में किश नहीं, जो किश है सो तेरा। सिर ते उदण ही तेरा हो गया सी जिस दिन पहली बार तेरे दर उत्ते आके तेरे चरणों में सिर रख दिता। सच्चे पातशाह मेरे को भुल हो गई है, मैं सिर नूं अजे तक भी अपना समझदा रहा। कलगीधर पातशाह दे पावन चरणों में खलोता भाई दया राम ना करे। सब कुछ तेरा दाता सब कुछ तेरा हो गया रब कहता आन के हाजिर सिर मेरा हाजिर सिर मेरा
ਬਖਸ਼ਣਹਾਰ ਆਏ ਬਖਸ਼ਣਹਾਰ ਆਏ ਹਜ਼ੂਰਪੁਰ ਕਹੇ ਦਾਤਿਆ ਮੇਰਾ ਤੂੰ ਹੀ ਸਹਾਰਾ ਏ ਮੇਰਾ ਤੂੰ ਹੀ ਸਹਾਰਾ ਭਾਈ ਦਇਆ ਰਾਮ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਖਲੋਤਾ ਹੈ। ਅਜੇ ਗੁਰੂ ਜੀ ਦੇ ਨਾਮ ਦੇ ਨਾਲ ਵੀ ਸਿੰਘ ਸ਼ਬਦ ਨਹੀਂ ਜੁੜਿਆ ਹੋਇਆ, ਕੇਵਲ ਉਹਨਾਂ ਦਾ ਨਾਮ ਗੁਰੂ ਗੋਬਿੰਦ ਰਾਏ ਹੈ, ਪਰ ਸਾਡਾ ਬੋਲ ਚਾਲ ਦਾ ਜਿਹੜਾ ਵਿਹਾਰ ਹੈ ਉਹਦੇ ਵਿੱਚ ਸਿੰਘ ਸ਼ਬਦ ਜਲਦੀ ਆ ਗਿਆ। ਹੁਣ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਆ ਕੇ ਮਹਾਰਾਜ ਦੇ ਪਾਵਨ ਚਰਨਾਂ ਤੇ ਸਿਰ ਧਰ ਕੇ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਸਰਹੱਦ ਹੈ। ਮਹਾਰਾਜ ਕਹਿੰਦੇ ਤੇਰਾ ਹੱਥ ਜੋੜ ਕੇ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਇਹ ਵੀ ਭੁਲੇਖਾ ਹੈ, ਮੇਰਾ ਤੇ ਮੇਰੇ ਵਿੱਚ ਹੈ ਹੀ ਕੁਝ ਨਹੀਂ, ਇਹ ਤੇ ਉਸੇ ਦਿਨ ਦਾ ਤੇਰਾ ਹੋ ਗਿਆ ਜਿਸ ਦਿਨ ਦਾ ਮੈਂ ਪਹਿਲੀ ਵਾਰ ਤੁਹਾਡੇ ਚਰਨਾਂ ਤੇ ਆ ਕੇ ਰੱਖਿਆ। ਮੈਂ ਤਾਂ ਜੇ ਜੱਕਾ ਕਰਦਾ ਰਿਹਾ ਜਿੰਨਾ ਚਿਰ ਮੇਰਾ ਸਮਝਾ ਰਿਹਾ ਉਹਨਾਂ ਚਿਰ ਉੱਠ ਕੇ ਤੁਹਾਡੇ ਚਰਨਾਂ ਵਿੱਚ ਨਹੀਂ ਆ ਸਕਦਾ। ਸੱਚਮੁੱਚ ਜਿਹੜਾ ਇੱਕ ਵਾਰ ਗੁਰੂ ਨੂੰ ਸੀਸ ਭੇਟਾ ਕਰ ਦਿੰਦਾ ਹੈ ਉਹ ਮੁੜ ਉਠਾਇਆ ਨਹੀਂ ਜਾਂਦਾ। ਇਹ ਤੇ ਸਾਡੀ ਆਦਤ ਹੈ, ਸੀਸ ਭੇਟਾ ਵੀ ਕੀਤਾ ਭਾਵ ਕੇ ਮੱਥਾ ਟੇਕਿਆ ਵੀ ਮੁੜ ਚੁੱਕ ਵੀ ਲਿਆ। ਜਿਹੜੀ ਮਾਇਆ ਦਾ ਮੱਥਾ ਟੇਕਦੇ ਉਹ ਨਹੀਂ ਅਸੀਂ ਚੁੱਕਦੇ, ਪਰ ਜਿਹੜੀ ਮੱਤ ਦਾ ਮੱਥਾ ਟੇਕਦੇ ਗੁਰੂ ਦੇ ਚਰਨਾਂ ਵਿੱਚ ਉਹ ਮੱਤ ਫਿਰ ਆਪਣੀ ਨਾਲ ਲੈ ਲੈਂਦਾ। ਅਸਲ ਮੱਤ ਸਰੈਂਡਰ ਕਰਨੀ ਸੀ, ਆਪਣੀ ਅਕਲ ਸਰੈਂਡਰ ਕਰਨੀ ਸੀ ਗੁਰੂ ਦੇ ਪਾਵਨ ਚਰਨਾਂ ਦੇ ਵਿੱਚ। ਅਸੀਂ ਮਾਇਆ ਸਰੈਂਡਰ ਕਰ ਦਿੱਤੀ ਵੀ ਆਹ ਤੇਰਾ ਹੈ, ਮੇਰੀ ਮੱਤ ਮੈਨੂੰ ਮੁਬਾਰਕ, ਤੇਰੀ ਮੱਤ ਤੈਨੂੰ ਮੁਬਾਰਕ। ਗੁਰੂ ਦੀ ਮੱਤ ਲੈ ਕੇ ਜਾਣੀ ਸੀ, ਆਪਣੀ ਮੱਤ ਇੱਥੇ ਰੱਖਣੀ ਸੀ, ਪਰ ਅਸੀਂ ਬਿਲਕੁਲ ਇਨ ਬਿਨ ਉਲਟਾ ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਆਪਣੀ ਮੱਤ ਵਰਤਣੀ ਸ਼ੁਰੂ ਕਰ ਦਿੱਤੀ। ਘਰ ਵਿੱਚ ਤੇ ਗੁਰੂ ਦੀ ਮੱਤ ਕੀ ਲੈ ਕੇ ਜਾਣੀ ਹੈ, ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਆਪਣੀ ਮੱਤ ਵਰਤਣੀ ਸ਼ੁਰੂ ਕਰ ਦਿੱਤੀ। ਕਲਗੀਧਰ ਪਾਤਸ਼ਾਹ ਬਾਹੋਂ ਫੜਦੇ ਨੇ ਭਾਈ ਦਇਆ ਰਾਮ ਤੇ ਹੱਸ ਪਏ। ਮਹਾਰਾਜ ਹੱਸੇ ਕਿਉਂ? ਕਹਿਣ ਲੱਗੇ ਤੂੰ ਲਾਹੌਰ ਵਿੱਚੋਂ ਆਇਆ ਨਾ। ਮੈਂ ਤਾਂ ਇਸ ਗੱਲ ਤੇ ਹੱਸਿਆ ਹਾਂ ਜਿਹੜਾ ਕਾਰਜ ਮੈਂ ਅਰੰਭਿਆ ਤੇ ਜੇ ਮੇਰੀ ਆਵਾਜ਼ ਦੇਣ ਤੇ ਤੂੰ ਦਇਆ ਰਾਮ ਉੱਠ ਕੇ ਆਇਆ, ਸੱਚਮੁੱਚ ਉਸ ਕਾਰਜ ਦੀ ਨੀਂਦ ਦਇਆ ਦੇ ਉੱਤੇ ਹੀ ਰੱਖੀ ਜਾਣੀ। ਜਿਹੜਾ ਪੰਥ ਸੱਜਣਾ ਨਾ ਉਹਦਾ ਮੁੱਢ ਦਇਆ ਹੀ ਹੋਣਾ ਚਾਹੀਦਾ। ਜੇ ਸਿੱਖ ਵਿੱਚ ਦਇਆ ਨਹੀਂ ਤੇ ਉਹ ਸਿੱਖ ਵੀ ਨਹੀਂ। ਪੰਜ ਪਿਆਰੇ ਵੀ ਫਿਲਾਸਫੀ ਨਹੀਂ। ਅੰਮ੍ਰਿਤ ਵਾਸਤੇ ਤਿਆਰ ਕਰਨ ਵਾਸਤੇ ਵਰਤੀਆਂ ਜਾਣ ਵਾਲੀਆਂ ਵਸਤੂਆਂ ਵੀ ਫਿਲਾਸਫੀ ਨੇ। ਪੰਜ ਬਾਣੀਆਂ ਵਿੱਚ ਵੀ ਫਿਲਾਸਫੀ ਹੈ, ਅਸੀਂ ਉਹਨਾਂ ਨੂੰ ਸਮਝੇ ਨਹੀਂ। ਹੁਣ ਕਲਗੀਧਰ ਪਾਤਸ਼ਾਹ ਭਾਈ ਦਇਆ ਰਾਮ ਨੂੰ ਅੰਦਰ ਲੈ ਕੇ ਜਾਂਦੇ ਨੇ ਤੰਬੂ ਦੇ ਵਿੱਚ। ਤਲਵਾਰ ਚੱਲਣ ਦੀ ਆਵਾਜ਼ ਬਾਹਰ ਆਉਂਦੀ। ਤਲਵਾਰ ਚੱਲਣ ਦੇ ਨਾਲ ਦਿਲ ਧੜਕ ਉੱਠਦੇ ਨੇ ਤੇ ਸਾਰੇ ਆਪਸ ਵਿੱਚ ਕੰਨੋ ਸੁਣੀ ਹੋਣ ਲੱਗੇ। ਕੀ ਹੋ ਗਿਆ? ਸੱਚਮੁੱਚ ਗੁਰੂ ਜੀ ਨੇ ਦਇਆ ਰਾਮ ਦਾ ਸਿਰ ਅਲੱਗਾ ਕਰ ਦਿੱਤਾ ਹੈ। ਇੱਥੇ ਕੁਝ ਮਿੰਟ ਰੁਕਣਾ ਚਾਹਾਂਗਾ। ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਗੁਰੂ ਜੀ ਨੇ ਤੰਬੂ ਦੇ ਅੰਦਰ ਬੱਕਰੇ ਬੰਨ੍ਹੇ ਹੋਏ ਸਨ, ਉਹਨਾਂ ਦੇ ਸਿਰ ਕਲਮ ਕਰ ਦਿੱਤੇ। ਕਿੱਡੀ ਹਾਸੋਹੀਣੀ ਗੱਲ ਹੈ। ਬੰਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨੋ ਆਖਿਆ ਕਰਦੇ ਸਨ, ਜਿਹੜੀ ਗੱਲ ਦਾ ਗੁਰੂ ਨੇ ਪਰਦਾ ਰੱਖਿਆ, ਸਿੱਖ ਦੇ ਕੋਲ ਕੋਈ ਅਧਿਕਾਰ ਨਹੀਂ ਵੀ ਉਹ ਪਰਦਾ ਚੱਕ ਕੇ ਵੇਖੇ। ਜਿਸ ਗੱਲ ਨੂੰ ਗੁਰੂ ਨੇ ਪਰਦੇ ਵਿੱਚ ਰੱਖਿਆ, ਜੇ ਗੁਰੂ ਜੀ ਚਾਹੁੰਦੇ ਤੇ ਸਟੇਜ ਉੱਤੇ ਵੀ ਉਹਦਾ ਸਿਰ ਧੜ ਤੋਂ ਅਲੱਗਾ ਕਰ ਸਕਦੇ ਸਨ। ਭਾਈ ਦਇਆ ਰਾਮ ਗੁਰੂ ਤੇ ਸ਼ੱਕ ਕਰਨੀ, ਇਹਦਾ ਅਰਥ ਹੈ ਵੀ ਸਾਡੇ ਮਨ ਵਿੱਚ ਕਿਤੇ ਨਾ ਕਿਤੇ ਸ਼ੰਕਾ ਹੈ। ਜਿਹੜਾ ਬੰਦਾ ਗੁਰੂ ਤੇ ਵੀ ਸ਼ੱਕ ਕਰਦਾ ਹੈ ਉਹ ਕਦੇ ਵੀ ਗੁਰੂ ਦੀਆਂ ਖੁਸ਼ੀਆਂ ਦਾ ਪਾਤਰ ਨਹੀਂ ਬਣੇ। ਕਿਉਂਕਿ ਜਿਸ ਨੇ ਮਾਂ-ਬਾਪ ਉੱਤੇ ਸ਼ੱਕ ਕਰ ਲਿਆ ਵੀ ਇਹ ਮੈਨੂੰ ਜਨਮ ਦੇਣ ਵਾਲੀ ਮਾਂ ਵੀ ਹੈ, ਇਹ ਮੇਰਾ ਬਾਪ ਵੀ ਹੈ, ਉਸ ਬੰਦੇ ਨੂੰ ਅਸੀਂ ਕੀ ਆਖਾਂਗੇ? ਇਵੇਂ ਜਿਸ ਬੰਦੇ ਨੇ ਗੁਰੂ ਤੇ ਸ਼ੱਕ ਕਰ ਲਿਆ, ਉਸ ਬੰਦੇ ਦੀ ਝੋਲੀ ਵਿੱਚ ਕੁਝ ਵੀ ਨਹੀਂ, ਗੁਰੂ ਦੇ ਕਰਦੇ। ਹੁਣ ਮਹਾਰਾਜ ਅੰਦਰ ਗਏ ਨੇ ਤੇ ਕਲਣ ਦੀ ਆਵਾਜ਼ ਸਾਰਿਆਂ ਨੇ ਸੁਣੀ ਤੇ ਥੋੜੇ ਸਮੇਂ ਬਾਅਦ ਮਹਾਰਾਜ ਫਿਰ ਬਾਹਰ ਆ ਗਏ। ਕੁਝ ਡਿੱਗਣ ਦੀ ਆਵਾਜ਼ ਵੀ ਸੁਣੀ।
महाराज जदों बाहर आए ने दूसरी बार ते महाराज के हथ विच ओही तलवार है, पर उस तलवार की धार तो खून के टिप्पे धरती ते डिग रहे, खून दे नाल लिबड़ी हुई श्री साहब महाराज के हाथ विच है। हुण पहलां ते कन्नो सनी हो रहे सन जिहड़े बाहर बैठे सन, फिर भयभीत हो गए। ਜਿਹੜੇ ਨਿਰਭਉ ਸਨ ਉਹ ਸੀਸ ਦੇਣ ਵਾਸਤੇ ਉੱਠੇ, ਜਿਹੜੇ ਭੈ ਵਿੱਚ ਜ਼ਿੰਦਗੀ ਜਿਉਂਦੇ ਸਨ ਉਹ ਉੱਠ ਕੇ ਖਿਸਕਣ ਲੱਗੇ। ਵੀ ਕੀ ਹੋ ਗਿਆ ਗੁਰੂ ਸਾਹਿਬ ਨੂੰ? ਸਿੱਖਾਂ ਦਾ ਕਤਲ ਕਰਨਾ ਆਰੰਭ ਕਰ ਦਿੱਤਾ ਹੈ, ਸਿੱਖਾਂ ਦੇ ਸੀਸ ਲੈਣੇ ਆਰੰਭ ਕਰ ਦਿੱਤੇ ਨੇ। ਕੋਈ ਇਸ ਤਰ੍ਹਾਂ ਵੀ ਸੀਸ ਲੈਂਦਾ ਹੈ? ਪਹਿਲੇ ਗੁਰੂ ਸਾਹਿਬਾਂ ਨੇ ਤੇ ਅੱਜ ਤੱਕ ਐਸੀ ਮੰਗ ਨਹੀਂ ਕੀਤੀ। ਪਹਿਲੇ ਗੁਰੂ ਸਾਹਿਬਾਂ ਨੇ ਕੇਵਲ ਸਿੱਖਿਆ ਦਿੱਤੀ, ਹੁਣ ਸੀ ਪ੍ਰੀਖਿਆ। हर सिक्ख्या के बाद प्रीख्या होती है, ते गुरु गोबिंद सिंह महाराज वो प्रीख्या अपने सिखा दे अगे पा रहे। हुण महाराज दूसरी बार आवाज देंदे ने, उठे कोई मरजीवड़ा जिहड़ा एक शीश और भेटा करे, क्योंकि अजे तेग दी प्यास बुझी। दूसरी बारी कहण उत्ते भाई धर्मचंद हसनापुर, जिन्हों असीं दिल्ली शब्द भी वरत लैंदे पर हसनापुर अलग है, हुण ਇਹਨੂੰ ਦਿੱਲੀ ਨਾਲ ਜੋੜਿਆ ਜਾਂਦਾ। ਉਹ ਦਿੱਲੀ ਦੇ ਨੇੜੇ ਦੇ ਰਹਿਣ ਵਾਲਾ ਭਾਈ ਧਰਮਚੰਦ ਜਦੋਂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆ ਕੇ ਸਿਰ ਰੱਖਦਾ, ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਸਿਰ ਵੀ ਤੇਰਾ ਹੈ, ਮੱਤ ਵੀ ਤੇਰੀ ਹੈ, ਤਨ ਵੀ ਤੇਰਾ, ਭਾਵੇਂ ਟੁਕੜੇ ਕਰ ਦੇ ਤੇਰੇ ਹੱਥ ਹੈ। ਮਹਾਰਾਜ ਨੂੰ ਬਾਹੋਂ ਫੜਦੇ ਨੇ, ਖਿੜਖੜਾ ਕੇ ਹੱਸੇ, ਕਹਿਣ ਲੱਗੇ ਭਾਈ ਧਰਮਚੰਦ ਪਹਿਲਾਂ ਕਿਹੜੀ ਕਮਾਲ ਦੀ ਗੱਲ ਹੈ, ਲਾਹੌਰ ਵਿੱਚੋਂ ਦਇਆ ਆਈ। जिस लाहौर के बाबत गुरु नानक साहब सच्चे पातशाह बाणी विच कहंदे ने, लाहौर शहर जहर कहर सवा पहर, दुनी चंद दे चौहटे उत्ते बैठे महाराज ने शब्द उचारिया। महाराज कहंदे जिस लाहौर विच सवा पहर रात रहिंदियां कहर वरतना शुरू हो जाता है, पर तीसरे पातशाह कहंदे ने लाहौर शहर अमृतसर सिफती दा घर, कहंदे उस लाहौर विच जिथे कहर वरदा है सवा पार रात रहिंदे उत्थे दया आई। दया धर्म का मूल है। गुरु नानक साहब महाराज जपजी साहब के अंदर बचन करते ने, महाराज कहते धौल धर्म दया का काम। याद रखो जेड़े हिरदे दे विच दया नहीं उत्थे धर्म भी पैदा नहीं हो सकता। धर्म दया का पुत्र है। जे दया होवेगी ते धर्म होवेगा। जिस घर दे विच मां दे कदम नहीं पाए ते उत्थे अनुमान नहीं लगाया जा सकता पुत्र पैदा होगा। जिस मन दे विच दया नहीं उस मन विच कदे धर्म भी नहीं हो सकता। पहला दया होगी, दयावान बंदा ही धर्मी हुंदा है, कसाई बंदा कदे धर्मी नहीं हुंदा। हुण महाराज कहंदे ने लाहौर विचों आई दया ते दिल्ली विचों धर्म। जिहड़ी दिल्ली हमेशा सिखां दे खून दी प्यासी रही, अज भी ते ओही काम बणिया होया है। दिल्ली की धरती ते जाके असीं जमीनां दे हक मंगण दे वास्ते बैठे हाँ, पर साडी गल नूं सुणिया किन्ने महीने किन्नियां जानां चलियां गईयां। जे उन्हां जानां दी परवाह हुंदी ते दिल्ली दे हाकम अज अपना फैसला तब्दील ना कर लेंदे, पर वो खून दे प्यासे ने। जिहड़ा भी दिल्ली दे तख्त ते उत्ते बैठ के एक बार वो सचमुच प्रजा दे खून दा प्यासा रहा। महाराज कहंदे लाहौर विचों दया, दिल्ली विचों धर्म, इस तो चंगी गल किहड़ी हो सकती है। जिहड़ा पंथ मैं आरंभ किया सचमुच खालसा दयावान है, खालसा धर्मी है, खालसा जाबर नहीं। खालसा धर्मी है। खालसे दे हाथ में फड़ी हुई तलवार और मजलूम दे वास्ते ढाल है ते जालिम लई तलवार। कदे तुसीं इतिहास दे पन्नियां ते नजर मारो, औरंगजेब दे हाथ में भी तलवार है, पर औरंगजेब की तलवार तो लोग डरते ने। डरते हुए लोग गुरु तेग बहादुर साहब की शरण में जाते हैं, डरते हुए गए ना। पर तलवार गुरु गोबिंद सिंह महाराज के हाथ में भी है ते उस अनंदपुर साहब की धरती ते उत्ते ने कलगीधर पातशाह उस तलवार के थल्ले लोग अपने आप को महफूज समझते हैं। उत्थे लोगों को जीवनदान मिलता। एक तलवार मौत देती है, एक तलवार जिंदगी देती है। अज जिहड़ी तलवार कलगीधर पातशाह के हाथ में है वो मौत नहीं दे रही, वो जिंदगी दे रही। कलगीधर पातशाह गुरु गोबिंद सिंह महाराज भाई दया राम भी लै गए, भाई धर्मचंद भी अंदर लै गए।
ਤੇ ਜਿਉਂ ਹੀ ਭਾਈ ਧਰਮਚੰਦ ਅੰਦਰ ਗਿਆ ਫਿਰ ਤਲਵਾਰ ਚੱਲਣ ਦੀ ਆਵਾਜ਼ ਬਾਹਰ ਆਈ ਤੇ ਸਿਰ ਧਰਤੀ ਦੇ ਉੱਤੇ ਡਿੱਗਣ ਦੀ ਆਵਾਜ਼ ਵੀ ਸੁਣਾਈ ਦਿੱਤੀ। ਹੁਣ ਬਹੁਤੇ ਜਿਹੜੇ ਮੇਲਾ ਹੀ ਵੇਖਣ ਆਏ ਸਨ, ਗੁਰੂ ਨੇ ਸਾਨੂੰ ਦਿੱਤਾ ਸੀ ਜੋੜ ਮੇਲਾ, ਪਰ ਕਈ ਵਾਰੀ ਬਹੁਤੇ ਮੇਲਾ ਵੇਖਣ ਵਾਲੇ ਹੁੰਦੇ ਨੇ, ਬਹੁਤੇ ਗੁਰਮਤਿ ਦੀ ਗੱਲ ਗ੍ਰਹਿਣ ਕਰਨ ਵਾਲੇ ਨਹੀਂ ਹੁੰਦੇ। ਜਿਹੜੇ ਮੇਲਾ ਵੇਖਣ ਵਾਲੇ ਸਨ ਉਥੋਂ ਖਿਸਕਣੇ ਸ਼ੁਰੂ ਹੋ ਗਏ। ਔਰੰਗਜ਼ੇਬ ਦਾ ਇੱਕ ਰਿਪੋਰਟਰ ਇੱਥੇ ਬੈਠਾ ਹੈ, ਅਬਦੁਲ ਤਰਾਨੀ, ਉਹ ਹਰ ਇੱਕ ਘਟਨਾਕ੍ਰਮ ਲਿਖਦਾ ਹੈ ਤੇ ਔਰੰਗਜ਼ੇਬ ਨੂੰ ਰਿਪੋਰਟ ਦਿੰਦਾ ਹੈ, ਉਹਦੇ ਦਰਬਾਰ ਵਿੱਚ ਭੇਜਦਾ ਹੈ। ਉਹ ਕਹਿੰਦਾ ਵੀ ਜਦੋਂ ਸਿੱਖ ਸੀਸ ਭੇਟਾ ਕਰ ਰਹੇ ਸਨ, ਹਜ਼ਾਰਾਂ ਦੇ ਇਕੱਠ ਵਿੱਚੋਂ ਕੁਝ ਗਿਣਤੀ ਦੇ ਉੱਠੇ। ਕਹਿੰਦਾ ਮੈਂ ਸੋਚ ਰਿਹਾ ਸੀ ਜੇ ਅਗਲੀ ਵਾਰੀ ਆਵਾਜ਼ ਦਿੱਤੀ ਤੇ ਮੈਂ ਉੱਠ ਕੇ ਚਲਾ ਜਾਵਾਂਗਾ, ਕਿਉਂਕਿ ਗੁਰੂ ਜੀ ਦੇ ਕਹਿਣ ਦਾ ਢੰਗ ਹੈ। ਗੁਰੂ ਆਵਾਜ਼ ਦੇਵੇ, ਸਿੱਖ ਸੀਸ ਭੇਟਾ ਨਾ ਕਰੇ, ਇਹ ਹੋ ਹੀ ਨਹੀਂ ਸਕਦਾ। ਕਹਿੰਦਾ ਮੈਂ ਸੋਚਦਾ ਸੀ ਜੇ ਹੁਣ ਅਗਲੀ ਵਾਰ ਮਹਾਰਾਜ ਨੇ ਆਵਾਜ਼ ਦਿੱਤੀ ਤੇ ਮੈਂ ਉੱਠ ਕੇ ਚਲਾ ਜਾਵਾਂਗਾ। ਯਾਦ ਰੱਖੋ ਗੁਰਸਿੱਖੋ, ਅੱਜ ਸਾਡੇ ਸਿਰ ਉੱਤੇ ਕੋਈ ਤਲਵਾਰ ਨਹੀਂ ਲੱਗਦੀ। ਅੱਜ ਸਿਰ ਧੜ ਤੋਂ ਉਤਾਰ ਕੇ ਗੁਰੂ ਜੀ ਨੂੰ ਨਹੀਂ ਦੇਣਾ ਪੈਣਾ। ਬਾਬਾ ਫਰੀਦ ਜੀ ਬਾਣੀ ਵਿੱਚ ਬਚਨ ਕਰਦੇ ਨੇ, ਕਹਿੰਦੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਕਹਿੰਦੇ ਜਿਹੜਾ ਸਿਰ ਆਪਣੇ ਪਰਮੇਸ਼ਰ ਦੇ ਅੱਗੇ, ਆਪਣੇ ਮੁਰਸ਼ਿਦ ਦੇ ਅੱਗੇ ਝੁਕਦਾ ਨਹੀਂ, ਕਹਿੰਦੇ ਉਹ ਸਿਰ ਧੜ ਤੋਂ ਅਲੱਗ। ਅੱਜ ਤੇ ਅਸੀਂ ਕੋਈ ਕੰਡੀਸ਼ਨ ਨਹੀਂ, ਅੱਜ ਤੇ ਕੇਵਲ ਆਪਣੀ ਮੱਤ ਗੁਰੂ ਦੇ ਚਰਨਾਂ ਵਿੱਚ ਰੱਖਣੀ ਹੈ ਤੇ ਗੁਰੂ ਦੀ ਮੱਤ ਅਸੀਂ ਗ੍ਰਹਿਣ ਕਰਕੇ ਲੈ ਜਾਣੀ। ਜੋ ਗੁਰੂ ਨੇ ਬਾਣੀ ਵਿੱਚ ਆਖਿਆ, ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ। ਤੇ ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਗੁਰੂ ਦੇ ਹੁਕਮ ਦੇ ਵਿੱਚ ਰਹਿ। ਗੁਰੂ ਦੇ ਹੁਕਮ ਨੂੰ ਅੰਗ ਸੰਗ ਜਾਣ, ਗੁਰੂ ਦੇ ਅਦਬ ਦੇ ਵਿੱਚ, ਗੁਰੂ ਦੀ ਭੈ ਭਾਵਨੀ ਦੇ ਵਿੱਚ ਆਪਣਾ ਜੀਵਨ ਬਤੀਤ ਕਰ। ਇਹੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਇਹੀ ਤੇ ਗੁਰੂ ਦੀ ਮੱਤ ਹੈ। ਅਸੀਂ ਗੁਰਮਤ ਲੈ ਕੇ ਜਾਣੀ ਸੀ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਆ ਜਿੰਨੇ ਤੁਸੀਂ ਬੈਠੇ ਮਹਾਰਾਜ ਨੇ ਸਚਿਆਰ ਆਖਿਆ, ਤੇ ਸਚਿਆਰ ਉਹ ਬਣਦਾ ਜਿਹੜਾ ਗੁਰੂ ਦੀ ਮੱਤ, ਗੁਰੂ ਦੀ ਦਿੱਤੀ ਹੋਈ ਗੁਰਮਤ ਨੂੰ ਹਿਰਦੇ ਵਿੱਚ ਵਸਾ ਲਵੇ। ਹੁਣ ਮਹਾਰਾਜ ਗਏ ਨੇ ਅੰਦਰ, ਤਲਵਾਰ ਚੱਲੀਏ ਤੇ ਭਾਈ ਧਰਮਚੰਦ ਤੋਂ ਬਾਅਦ ਫਿਰ ਤੀਸਰੀ ਵਾਰੀ ਤਲਵਾਰ ਲੈ ਕੇ ਮਹਾਰਾਜ ਸਟੇਜ ਉੱਤੇ ਮਸਲਕ ਪਿਆ। ਇਹਨੇ ਘਟਨਾਕ੍ਰਮ ਦੇ ਦਰਮਿਆਨ ਜਿਹੜੇ ਮਸੰਦ ਸਨ ਜਿਨ੍ਹਾਂ ਦਾ ਜ਼ਿਕਰ ਕਰਕੇ ਆਇਆ ਮੈਂ, ਜਿਨ੍ਹਾਂ ਨੇ ਕਾਰ ਭੇਟਾ ਉਗਰਾ ਕੇ ਆਪਣੇ ਢੱਡਾਂ ਵਿੱਚ ਪਾਈ ਸੀ, ਆਪਣੇ ਘਰ ਭਰੇ ਹੋਏ ਸਨ, ਉਹਨਾਂ ਨੂੰ ਇਉਂ ਲੱਗਿਆ ਕਿ ਵਾਰੀ ਸਾਡੀ ਵੀ ਆ ਜਾਵੇ। ਉਹ ਉੱਠੇ ਨੇ, ਸਿੱਧੇ ਮਾਤਾ ਗੁਜਰੀ ਜੀ ਦੇ ਕੋਲ ਗਏ, ਕਹਿਣ ਲੱਗੇ ਮਾਤਾ ਜੀ ਗੁਰੂ ਜੀ ਦਾ ਦਿਮਾਗ ਟਿਕਾਣੇ ਨਹੀਂ ਰਿਹਾ। ਪਰ ਮਹਾਰਾਜ ਦੀ ਬਾਣੀ ਕਹਿੰਦੀ ਬਿਨ ਸ਼ਬਦ ਹੈ ਸਭ ਜਗ ਭੌਰਾਨਾ। ਕਹਿੰਦੇ ਕਮਲਾ ਤੇ ਬੰਦਾ ਉਦੋਂ ਹੈ, ਉਹਦੀ ਅਕਲ ਤੇ ਟਿਕਾਣੇ ਉਦੋਂ ਨਹੀਂ ਜਦੋਂ ਉਹਦੇ ਕੋਲ ਸ਼ਬਦ ਦਾ ਗਿਆਨ ਹੈ, ਜਦੋਂ ਉਹਦੇ ਕੋਲ ਰੱਬ ਦਾ ਗਿਆਨ ਨਹੀਂ, ਗੁਰੂ ਦਾ ਭੈ ਨਹੀਂ, ਉਦੋਂ ਬੰਦਾ ਕਮਲਾ ਹੈ। ਕਮਲੇ ਦੀ ਕੀ ਨਿਸ਼ਾਨੀ ਹੁੰਦੀ ਹੈ? ਬੌਰੇ ਦੀ ਕੀ ਨਿਸ਼ਾਨੀ ਹੈ? ਉਹ ਸੜਕ ਵਿੱਚ ਖਲੋਤਾ ਹੈ, ਗੱਡੀਆਂ ਹੌਰਨ ਮਾਰ ਰਹੀਆਂ ਪਰ ਉਹ ਨਹੀਂ ਪਾਸੇ ਹੁੰਦਾ। ਲੋਕ ਉਹਨੂੰ ਫੜਫੜ ਪਾਸੇ ਕਰਦੇ ਨੇ, ਉਹ ਦੌੜ ਦੌੜ ਸੜਕ ਦੇ ਵਿਚਕਾਰ ਜਾਵੇ। ਇਹ ਬੌਰੇ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਬਿਨ ਸ਼ਬਦ ਹੈ ਸਭ ਜਗ ਭੌਰਾਨਾ। ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾਂ ਸਾਰਾ ਸੰਸਾਰ ਕਮਲਾ ਹੈ, ਪਰ ਗੁਰੂ ਕੋਲ ਤੇ ਸ਼ਬਦ ਹੈ। ਮਾਤਾ ਜੀ ਨੂੰ ਜਾ ਕੇ ਕਹਿੰਦੇ ਮਾਤਾ ਜੀ ਗੁਰੂ ਜੀ ਦੀ ਅਕਲ ਟਿਕਾਣੇ ਨਹੀਂ ਰਹੀ, ਇਉਂ ਲੱਗਦਾ ਹੈ ਦਿਮਾਗ ਵਿੱਚ ਕੋਈ ਨੁਕਸ ਪੈ ਗਿਆ। ਮਾਤਾ ਜੀ ਕਹਿਣ ਲੱਗੇ ਕੀ ਹੋਇਆ? ਕਹਿਣ ਲੱਗੇ ਮਾਤਾ ਜੀ ਜਾ ਕੇ ਤੇ ਵੇਖੋ, ਉਹ ਸਿੱਖਾਂ ਦੇ ਸਿਰ ਵੱਢੀ ਜਾਂਦੇ ਨੇ। ਤੁਸੀਂ ਇੰਜ ਕਰੋ, ਉਹਨਾਂ ਦੇ ਹੱਥੋਂ ਜਾ ਕੇ ਤਲਵਾਰ ਫੜੋ ਤੇ ਆਪਣੇ ਪੋਤਰੇ ਨੂੰ ਅਜੀਤ ਨੂੰ ਗੱਦੀ ਤੇ ਬਿਠਾ ਦਿਓ। ਹੁਣ ਗੱਦੀ ਤੇ ਲਾਇਕ ਗੋਬਿੰਦ ਰਾਏ ਜੀ ਨਹੀਂ ਰਹੇ। ਇੱਥੇ ਤੱਕ ਮਸੰਦਾਂ ਨੇ ਸ਼ਬਦ ਵਰਤੇ। ਹੁਣ ਮਾਤਾ ਜੀ ਕਹਿਣ ਲੱਗੇ ਗੋਬਿੰਦ ਜੋ ਕਰੇਗਾ ਭਲੀ ਕਰੇਗਾ। ਇਹਦੇ ਵਿੱਚ ਵੀ ਗੁਰੂ ਦਾ ਕੌਤਕ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਂ ਗੁਰੂ ਨੂੰ ਕੇਵਲ ਆਪਣਾ ਪੁੱਤਰ ਨਹੀਂ ਜਾਣਦੀ, ਉਹ ਗੁਰੂ ਵੀ ਜਾਣਦੀ ਏ। ਤੇ ਮਾਤਾ ਜੀ ਦੇ ਸ਼ਬਦ ਸਨ, ਜੋ ਕੁਝ ਗੋਬਿੰਦ ਕਰ ਰਿਹਾ ਉਹ ਭਲੀ ਕਰ ਰਿਹਾ। ਹੁਣ ਆ ਗਏ, ਉਹਨਾਂ ਦੇ ਕੋਲ ਆਸ ਕੋਈ ਨਹੀਂ, ਪਰ ਦੁਬਾਰਾ ਉਹਨਾਂ ਦੀ ਹਿੰਮਤ ਨਹੀਂ ਕਿ ਗੁਰੂ ਦਾ ਸਾਹਮਣਾ ਕਰ ਸਕਣ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਚਲੇ ਜਾਣ। ਇੱਥੇ ਚਲੇ ਗਏ। ਇੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਦੇ ਰੂਪ ਵਿੱਚ ਤੀਸਰੀ ਵਾਰ ਸਟੇਜ ਉੱਤੇ ਆਏ ਨੇ। ਉਹਦੇ ਤੋਂ ਖੂਨ ਦੇ ਰੇਜ਼ੇ ਧਰਤੀ ਉੱਤੇ ਟਪਕ ਰਹੇ ਨੇ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿਹਰੇ ਦਾ ਜਲਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ। ਮਹਾਰਾਜ ਆਵਾਜ਼ ਦੇ ਕੇ ਕਹਿ ਰਹੇ ਨੇ, ਆ ਉਰੋ
ਥਾਂ ਥਾਂ ਨੂੰ ਗਰਦਨ ਝੁਕਾ, ਥਾਂ ਥਾਂ ਤੇ ਗਰਦਨ ਨੂੰ ਝੁਕਾਉਣ ਵਾਲਿਆ, ਅੱਜ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣਾ। ਬਾਲ ਕੇ ਜੋਤੀ ਹਨੇਰੇ ਵਿੱਚ ਦਇਆ ਤੇ ਧਰਮ ਦੀ, ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣਾ। तेरी कायरता नूं मोह इरादे बख्श के तेरे पैरों में पर्वत चूर हुंदा देखना। बाल के आके हिम्मत दी कणी तेरे डोलियां विच, तेरे सावे पैरों दे विच पर्वत चूर हुंदा देखना। धर देवेगा जेकर धर देवेगा जेकर शीश मेरी टेक के तेरी सो सको मुख्तार बन जाएगा। चारना नहीं तेनू मंसूर दी सूली उत्ते चढ़ के मेरी दार ते सरदार बन जाएगा। कलगीधर पातशाह गुरु गोबिंद सिंह महाराज लैके हाथ में तलवार आके स्टेज उत्ते मत्थे ते पाके वट तीसरे शीश दी मंग है। ओ तीजी बार फिर आए दशमेश
ਸਿੰਘ ਮਹਾਰਾਜ ਹੱਥ ਵਿੱਚ ਲੈ ਕੇ ਤਲਵਾਰ ਮੱਥੇ ਤੇ ਪਾ ਕੇ ਵਟ ਤੀਸਰੇ ਸੀਸੀ ਮੰਗ ਕਰਦੇ ਨੇ ਤੇ ਭਾਈ ਹਿੰਮਤ ਚੰਦ ਉੱਠ ਕੇ ਅੱਗੇ ਆਉਂਦੇ। ਹੁਣ ਮਹਾਰਾਜ ਉਹਨੂੰ ਵੀ ਅੰਦਰ ਲੈ ਜਾਂਦੇ ਨੇ, ਤਲਵਾਰ ਫਿਰ ਚਲਦੀ ਏ ਤੇ ਖਿਸਕਣੇ ਲੋਕ ਬਹੁਤੇ ਸ਼ੁਰੂ ਹੋ ਗਏ। ਸਾਡੇ ਮਨ ਵਿੱਚ ਭੁਲੇਖਾ ਹੋਵੇਗਾ ਵੀ ਸ਼ਾਇਦ ਸੱਚਮੁੱਚ ਗੁਰੂ ਜੀ ਨੇ ਅੰਦਰ ਕੋਈ ਜਾਨਵਰ ਬੰਨਿਆ ਹੋਵੇ ਜਿਹਦੇ ਖੂਨ ਨਾਲ ਲਿਬੜੀ ਹੋਈ ਤੇਗ ਬਾਹਰ ਲੈ ਕੇ ਆਉਂਦੇ। ਪਰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸਤਿਗੁਰ ਮੇਰਾ ਮਾਰ ਜੀ ਵਾਲਾ, ਸਤਿਗੁਰ ਮੇਰਾ ਸਰਬ ਤਰਪਾਲਾ। ਬਹੁਤ ਸਾਰੀਆਂ ਘਟਨਾਵਾਂ ਸਮਾਜ ਦੀਆਂ ਐਸੀਆਂ ਨੇ ਕਿ ਜਿਨ੍ਹਾਂ ਨੂੰ ਜੀਵਨ ਦਾਨ ਸਤਿਗੁਰੂ ਦੀ ਬਾਣੀ ਵਿੱਚੋਂ ਮਿਲਿਆ। ਬਹੁਤ ਸਾਰੀਆਂ ਘਟਨਾਵਾਂ। ਹੁਣ ਵਿਗਿਆਨ ਕਹਿੰਦਾ ਹੈ ਕਿ ਮਰਿਆ ਬੰਦਾ ਕਦੇ ਜਿਉਂਦਾ ਨਹੀਂ ਹੁੰਦਾ, ਉਹਦੇ ਵਿੱਚ ਮੁੜ ਕੇ ਸਵਾਸ ਤੇ ਚੱਲ ਸਕਦੇ। ਪਰ ਗਿਆਨ ਕਹਿੰਦਾ ਹੈ, ਬ੍ਰਹਮ ਗਿਆਨ ਕਹਿੰਦਾ ਹੈ ਕਿ ਜੇਕਰ ਰੱਬ ਨੂੰ ਭਾਉਂਦਾ ਹੈ ਉਹ ਮਰਿਆ ਨੂੰ ਵੀ ਜੀਵਨ ਦਾਨ ਦੇ ਸਕਦਾ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਜੇ ਰੱਬ ਨੂੰ ਭਾਉਂਦਾ ਹੈ ਉਹ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ, ਕਿਉਂਕਿ ਡੋਰੀ ਉਹਦੇ ਹੱਥ ਵਿੱਚ ਹੈ। ਇੱਕ ਮੇਨ ਸਵਿਚ ਹੁੰਦਾ ਨਾ, ਬਿਜਲੀ ਜਿਹੜੀ ਚੱਲਦੀ ਹੈ ਤਾਂ ਮੇਨ ਸਵਿਚ ਹੁੰਦਾ ਹੈ। ਜਦੋਂ ਉਹ ਬੰਦ ਕਰ ਦਿੱਤਾ ਸਾਰੀ ਲਾਈਟ ਬੰਦ ਹੋ ਜਾਣੀ। ਤੇ ਜਿਹੜਾ ਜੀਵਾਂ ਦਾ ਮੇਨ ਸਵਿਚ ਹੈ ਉਹ ਰੱਬ ਦੇ ਹੱਥ ਵਿੱਚ ਹੈ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਜੀ ਜੰਤਰ ਸਭ ਤਾਂ ਕੈ ਹਾਥ। ਜੀਆਂ ਦਾ ਜੰਤਰ ਜਿਹੜਾ ਹੈ ਉਹਦੇ ਹੱਥ ਵਿੱਚ ਹੈ। ਹੁਣ ਜਿਹਨੂੰ ਚਾਹੇ ਜੀਵਨ ਦਾਨ ਦੇ ਸਕਦਾ ਹੈ। ਤੇ ਮਹਾਰਾਜ ਭਾਈ ਹਿੰਮਤ ਚੰਦ ਨੂੰ ਅੰਦਰ ਲੈ ਕੇ ਗਏ। ਉਸ ਤੋਂ ਬਾਅਦ ਭਾਈ ਮੁਕਤਮ ਚੰਦ ਭਾਈ ਸਾਹਿਬ ਵੱਖ-ਵੱਖ ਇਲਾਕਿਆਂ ਦੇ ਪੂਰੇ ਭਾਰਤ ਦੇ ਵਿੱਚੋਂ ਜਿੱਥੇ-ਜਿੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸਨ, ਸਿੱਖੀ ਦਾ ਬੂਟਾ ਲਾਇਆ ਸੀ, ਆਪਣੀ ਸਿੱਖਿਆ ਦੇ ਕੇ ਆਏ ਸਨ ਮਹਾਰਾਜ। ਉਹੀ ਪ੍ਰੀਖਿਆ ਦੇ ਵਿੱਚੋਂ ਲੰਘੇ ਨੇ। ਹੁਣ ਸਿੱਖ ਜਿਹੜਾ ਗੁਰੂ ਦਾ ਉਹ ਦਇਆਵਾਨ ਹੈ, ਉਹ ਕਸਾਈ ਨਹੀਂ ਦਇਆਵਾਨ ਹੈ। ਉਹ ਧਰਮੀ ਹੈ, ਨਾਸਤਿਕ ਨਹੀਂ, ਆਸਤਿਕ ਹੈ ਗੁਰੂ ਦਾ ਸਿੱਖ। ਉਹ ਹਿੰਮਤ ਹੈ, ਆਲਸੀ ਨਹੀਂ, ਕਿਉਂਕਿ ਉਹਨੂੰ ਹਿੰਮਤ ਬਖਸ਼ੀ ਹੈ ਮਹਾਰਾਜ ਨੇ। ਉਹਦੇ ਵਿੱਚ ਮੋਹਕਮਤਾ ਹੈ, ਉਹ ਦ੍ਰਿੜ ਇਰਾਦੇ ਵਾਲਾ ਹੈ। ਮੋਹਕਮਤਾ ਦਾ ਅਰਥ ਹੁੰਦਾ ਦ੍ਰਿੜ ਇਰਾਦੇ ਵਾਲਾ। ਉਹ ਦ੍ਰਿੜ ਇਰਾਦੇ ਵਾਲਾ ਹੈ। ਜਾਂ ਕੇ ਹਿਰਦੇ ਵਿਸ਼ਵਾਸ ਤਬ ਆਇਆ ਤਤ ਗਿਆਨ ਤੇ ਸਮਰਨ ਪ੍ਰਗਟਾਇਆ। ਉਹਦਾ ਗੁਰੂ ਤੇ ਦ੍ਰਿੜ ਵਿਸ਼ਵਾਸ ਹੈ, ਨਿਸ਼ਚਾ ਹੈ। ਉਹ ਪਿਛਾ ਖਿੱਚੂ ਨਹੀਂ, ਅਗਾਹਾਂ ਕੋ ਤਰਾਂਗ, ਪਿੱਛਾ ਫੇਰ ਨਾ ਮੋਢੜਾ। ਜਿਹੜਾ ਦਇਆਵਾਨ ਹੈ, ਜਿਹੜਾ ਧਰਮੀ ਹੈ, ਜਿਹੜਾ ਹਿੰਮਤੀ ਹੈ, ਜਿਹੜਾ ਦ੍ਰਿੜ ਇਰਾਦੇ ਵਾਲਾ ਹੈ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦਾ ਹੈ, ਉਹੀ ਫਿਰ ਸਾਹਿਬ ਹੋ ਸਕਦਾ। ਉਹ ਸਾਹਿਬ ਨਹੀਂ ਬਣਿਆ ਜਾ ਸਕਦਾ। ਮਹਾਰਾਜ ਕਹਿੰਦੇ ਉਹ ਸਾਹਿਬ ਮੈਂ ਉਸਕਾ ਚਿਹਰਾ। ਵਾਰੋ ਵਾਰੀ ਮਹਾਰਾਜ ਪੰਜਾਂ ਨੂੰ ਅੰਦਰ ਲੈ ਕੇ ਗਏ ਨੇ। ਪੰਜਾਂ ਪਿਆਰਿਆਂ ਦੇ ਨਾਵਾਂ ਵਿੱਚੋਂ ਕੋਈ ਗੁਣ ਮਿਲਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਜਦੋਂ ਪੰਜਵੇਂ ਨੂੰ ਲੈ ਕੇ ਗਏ ਨੇ, ਲੰਮਾ ਸਮਾਂ ਅੰਦਰ ਹੀ ਰਹੇ ਤੇ ਬਾਹਰ ਵਾਲਿਆਂ ਦੀ ਉਤਸੁਕਤਾ ਵੱਧਦੀ ਜਾਂਦੀ ਹੈ। ਕਿਉਂ ਮਹਾਰਾਜ ਹੁਣ ਬਾਹਰ ਨਹੀਂ ਆਏ? ਕਿਉਂ ਮਹਾਰਾਜ ਲੰਮਾ ਸਮਾਂ ਅੰਦਰ ਲਾ ਰਹੇ ਨੇ? ਹੁਣ ਕੀ ਹੁੰਦਾ ਹੋਵੇਗਾ? ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਝ ਸਮੇਂ ਬਾਅਦ ਜਦੋਂ ਉਸ ਤੰਬੂ ਦੇ ਵਿੱਚੋਂ ਮੁੜ ਬਾਹਰ ਆਉਂਦੇ ਨੇ, ਇਕੱਲੇ ਨਹੀਂ ਆਉਂਦੇ। ਉਹ ਜਿਹੜੇ ਪੰਜ ਅੰਦਰ ਲੈ ਕੇ ਗਏ ਸਨ, ਜਿਨ੍ਹਾਂ ਦਾ ਖੂਨ ਤਲਵਾਰ ਨੂੰ ਲੱਗਾ ਹੋਇਆ ਸੀ, ਜਿਨ੍ਹਾਂ ਦੇ ਸਿਰ ਧੜ ਤੋਂ ਅਲੱਗਾ ਹੋਣ ਦੀ ਆਵਾਜ਼ ਬਾਹਰ ਬੈਠੀ ਸੰਗਤ ਨੇ ਸੁਣੀ ਸੀ, ਉਹ ਮਹਾਰਾਜ ਦੇ ਨਾਲ ਨੇ ਤੇ ਸਾਬਤ ਸੂਰਤ ਨੇ। ਉਹ ਮਹਾਰਾਜ ਦੇ ਨਾਲ ਹੈ। ਉਹਨਾਂ ਦੇ ਸਿਰ ਉੱਤੇ ਵਿਸ਼ੇਸ਼ ਦਸਤਾਰੇ ਨੇ, ਵੱਖਰੇ ਉਹਨਾਂ ਦੇ ਪਹਿਰਾਵੇ ਨੇ। ਤਲਵਾਰ ਤੇ ਪਹਿਲਾਂ ਵੀ ਰੱਖਦੇ, ਅੱਜ ਗਾਤਰੇ ਵਿਸ਼ੇਸ਼ ਤਲਵਾਰ ਹੈ। ਹੁਣ ਉਹਨਾਂ ਦੇ ਚਿਹਰੇ ਦੀ ਨੁਹਾਰ ਕੁਝ ਹੋਰ ਹੈ। ਹੁਣ ਉਹਨਾਂ ਦੇ ਚਿਹਰੇ ਦੀ ਨੁਹਾਰ ਜਿਹੜੀ ਹੈ ਦੂਸਰਿਆਂ ਵਿੱਚ ਕਸ਼ਿਸ਼ ਪੈਦਾ ਕਰਦੀ ਹੈ, ਆਪਣੇ ਵੱਲ ਨੂੰ ਖਿੱਚਦੀ ਹੈ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ। ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵਾਸਤੇ ਕੁਝ ਵਸਤੂਆਂ ਵਰਤੀਆਂ ਜਾਂਦੀਆਂ ਨੇ। ਪਹਿਲਾਂ ਸੁਨਹਿਰਾ, ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੋਵੇਗਾ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ। ਕੂੰਡਾ ਵਰਤ ਲੈਂਦੇ ਸ਼ਬਦ ਆਪਾਂ, ਦੌਰੀ ਵੀ ਵਰਤ ਲੈਂਦੇ ਕਈਆਂ ਇਲਾਕਿਆਂ ਦੇ ਵਿੱਚ।
पर गुरमत के अंदर उन्हें सुनहरा कपड़ा विछा के रखा जाता है। ओदा अर्थ है भी तेरा इरादा इस पत्थर वर्गा मजबूत हो, तेरे सामने दुश्मन आ जावे ते तू चट्टान बन के सामने, पत्थर बन के सामने खलो जावे, तेनू तोड़ के ते अगे लंघ जावे पर उंज कोई अगे ना लंघे। उत्ते रखा जाता है सर्वलोह दा बाटा, ते बाटा डूंगा हुंदा है। ਉਹ ਵਿਸ਼ਾਲਤਾ ਦਾ ਪ੍ਰਤੀਕ ਹੈ। ਸਿੱਖ ਦਾ ਹਿਰਦਾ ਐਡਾ ਵਿਸ਼ਾਲ, ਬਾਟੇ ਵਿੱਚ ਜਿਹੜੀ ਵਸਤੂ ਪਾ ਦਿਓ ਉਹ ਹੀ ਸਮਾ ਜਾਵੇਗੀ ਨਾ ਉਹਦੇ ਵਿੱਚ। ਅਸੀਂ ਕੜਾਹ ਪ੍ਰਸ਼ਾਦ ਪਾ ਲੈਂਦੇ ਹਾਂ, ਕੋਈ ਉਹਦੇ ਵਿੱਚ ਦਾਲਾਂ ਪਾ ਲੈਂਦਾ, ਕੋਈ ਪ੍ਰਸ਼ਾਦੇ ਰੱਖ ਲੈਂਦਾ, ਹੋ ਸਕਦਾ ਕੋਈ ਪਾਣੀ ਵੀ ਭਰ ਲਵੇ। ਇਹ ਤੇ ਪਾਉਣ ਵਾਲੇ ਦੀ ਮਰਜ਼ੀ, ਭਾਵੇਂ ਦੁੱਧ ਪਾ ਲਵੋ। ਬਾਟਾ ਵਿਸ਼ਾਲਤਾ ਦਾ ਪ੍ਰਤੀਕ ਹੈ। ਸਿੱਖ ਦਾ ਹਿਰਦਾ ਵੀ ਐਡਾ ਵਿਸ਼ਾਲ ਹੈ ਕਿ ਉਹਦੀ ਸ਼ਰਨ ਦੇ ਵਿੱਚ ਕੋਈ ਵੀ ਆ ਜਾਵੇ, जो शरण आवे किस कंठ लावे, ये बिरध स्वामी सुनदा। फिर ਉਹਦੇ ਵਿੱਚ ਪਾਇਆ ਜਾਂਦਾ निर्मल जल सतरव सतलुज ਦਾ, ਤੇ ਜਿਹੜਾ ਜਲ ਹੈ ਪਾਣੀ ਹੈ ਉਹ ਨਿਰਮਲਤਾ ਦਾ ਪ੍ਰਤੀਕ ਹੈ, ਨਿਮਰਤਾ ਦਾ ਪ੍ਰਤੀਕ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਹੁਣ ਪੈਰਾਂ ਦੇ ਹੇਠ ਬੰਦੇ ਦੇ ਧਰਤੀ ਹੈ, ਪਰ ਪਾਣੀ ਧਰਤੀ ਦੇ ਵੀ ਹੇਠ ਹੈ। ਤੇ ਜਿਉਂ ਹੀ ਧਰਤੀ ਵਿੱਚੋਂ ਨਿਕਲੇਗਾ ਪਾਣੀ ਨੀਵੇਂ ਪਾਸੇ ਵੱਲ ਨੂੰ ਵਗਣਾ ਸ਼ੁਰੂ ਹੋ ਜਾਏਗਾ। ਜੇ ਉਚਾਈ ਤੇ ਲੈ ਕੇ ਜਾਣਾ, ਉਹਨੂੰ ਪ੍ਰੈਸ਼ਰ ਦੇਣਾ ਪਵੇਗਾ, ਪੰਪ ਕਰਨਾ ਪਵੇਗਾ, ਤਦ ਜਾਵੇਗਾ, ਉਂਝ ਨਹੀਂ ਜਾਵੇਗਾ। ਭਾਈ ਸਾਹਿਬ ਕਹਿੰਦੇ ਨੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਨਿਮਰਤਾ ਉਹਦਾ ਜਮਾਂਦਰੂ ਗੁਣ ਹੈ। ਪਾਣੀ ਵਹੇ ਨਿਵਾਣ ਨੂੰ, ਨੀਵੇਂ ਪਾਸੇ ਨੂੰ ਜਾਵੇ। ਨਿਰਮਲ ਸੀਤਲ ਸ਼ੁੱਧ ਪਾਣੀ ਹੈ, ਉਹਦੇ ਅਗਲੇ ਗੁਣ। ਜਿਵੇਂ ਬਾਟੇ ਦਾ ਗੁਣ ਸਿੱਖ ਦੇ ਹਿਰਦੇ ਵਿੱਚ ਹੋਵੇ, ਇਵੇਂ ਪਾਣੀ ਦਾ ਗੁਣ ਵੀ ਸਿੱਖ ਦੇ ਕੋਲ ਹੋਵੇ, ਜਿਹਨੇ ਅੰਮ੍ਰਿਤ ਪਾਨ ਕੀਤਾ ਹੈ। ਹੁਣ ਪਾਣੀ ਦਾ ਗੁਣ ਵੀ ਉਹਦੇ ਕੋਲ ਹੋਵੇ, ਉਹ ਨਿਰਮਲ ਹੋਵੇ, ਉਹ ਸੀਤਲ ਹੋਵੇ, ਉਹਦਾ ਸਵੱਛ ਹਿਰਦਾ ਹੋਵੇ। ਉਸ ਤੋਂ ਬਾਅਦ ਮਾਤਾ ਜੀਤੋ ਜੀ ਆਉਂਦੇ ਨੇ, ਵਿੱਚ ਪਤਾਸੇ ਪਾਏ ਜਾਂਦੇ ਨੇ। ਕਈਆਂ ਨੇ ਮਾਤਾ ਸਾਹਿਬ ਕੌਰ ਜੀ ਦਾ ਜ਼ਿਕਰ ਕੀਤਾ ਹੈ, ਮਾਤਾ ਸਾਹਿਬ ਦੇ, ਪਰ ਜਦੋਂ ਅਸੀਂ ਤਵਾਰੀਖ ਨੂੰ ਡੂੰਘਾਈ ਨਾਲ ਵਾਚਾਂਗੇ, ਮਾਤਾ ਜੀ ਤੇ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ 1699 ਤੋਂ ਬਾਅਦ ਮਾਤਾ ਸਾਹਿਬ ਕੌਰ ਜੀ ਬਾਅਦ ਵਿੱਚ ਆਉਂਦੇ ਨੇ, ਜਿਨ੍ਹਾਂ ਦਾ ਕੁਆਰਾ ਡੋਲਾ ਆਖਿਆ ਜਾਂਦਾ ਹੈ। ਮਾਤਾ ਜੀਤੋ ਜੀ ਪਤਾਸੇ ਲੈ ਕੇ ਹਾਜ਼ਰ ਹੁੰਦੇ ਨੇ। ਹੁਣ ਮਨ ਵਿੱਚ ਖਿਆਲ ਆਉਂਦਾ ਹੋਵੇਗਾ ਵੀ ਜੇਕਰ ਕੋਈ ਮਿੱਠੀ ਚੀਜ਼ ਹੀ ਪਾਉਣੀ ਸੀ ਤੇ ਉਦੋਂ ਗੁੜ ਹੁੰਦਾ ਸੀ, ਸ਼ੱਕਰ ਹੁੰਦੀ ਸੀ, ਉਹ ਪਾ ਦਿੱਤੀ ਜਾਂਦੀ, ਉਹ ਵੀ ਤੇ ਪਾਣੀ ਵਿੱਚ ਘੁਲ ਸਕਦੀ ਸੀ ਨਾ। ਪਰ ਜਦੋਂ ਗੁੜ ਪਾਣੀ ਵਿੱਚ ਘੁਲਾਂਗੇ, ਗੁੜ ਆਪਣਾ ਵਖੇਵਾ ਰੱਖੇਗਾ, ਉਹਦਾ ਰੰਗ ਪਾਣੀ ਵਿੱਚ ਅੱਜ ਦਿਸੇਗਾ, ਪਾਣੀ ਨੂੰ ਆਪਣਾ ਰੰਗ ਦੇਵੇਗਾ। ਪਰ ਜਦੋਂ ਪਤਾਸੇ ਪਾਣੀ ਵਿੱਚ ਘੁਲਾਂਗੇ, ਉਹ ਅੱਡ ਰੰਗ ਨਹੀਂ, ਉਹ ਪਾਣੀ ਦਾ ਰੰਗ ਗ੍ਰਹਿਣ ਕਰਦਾ। ਪਤਾਸੇ ਦੇ ਰਾਹੀਂ ਮਹਾਰਾਜ ਨੇ ਸੰਕੇਤ ਦਿੱਤਾ, ਜੇ ਪਾਣੀ ਵਿੱਚ ਨਿਮਰਤਾ ਹੈ, ਬਾਟੇ ਵਿੱਚ ਵਿਸ਼ਾਲਤਾ ਹੈ, ਤੇ ਪਤਾਸੇ ਵਿੱਚ ਗੁਣ ਹੈ ਮਿਠਾਸ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕਈ ਤੇ ਹੁੰਦੇ ਵੀ ਗੁਰਦੁਆਰੇ ਤੇ ਚੰਗੇ ਬੋਲ ਬੋਲ ਰਹੇ, ਬਾਹਰ ਨਿਕਲੇ ਨਹੀਂ ਤੇ ਕੁੜੱਤਨ ਸ਼ਬਦਾਂ ਦੇ ਵਿੱਚ ਭਰ ਜਾਂਦੀ। ਮਹਾਰਾਜ ਕਹਿੰਦੇ ਮੈਂ ਦੇਖਿਆ, ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲਣਾ ਜਾਣਿਆ, ਉਹ ਕੌੜਾ ਬੋਲਣਾ ਜਾਣਦਾ ਹੀ ਨਹੀਂ। ਜਿਸ ਰੱਬ ਦੇ ਨਾਲ ਤੂੰ ਜੁੜਨਾ, ਉਹ ਕੌੜਾ ਬੋਲਣਾ ਨਹੀਂ ਜਾਣਦਾ, ਤੇ ਫਿਰ ਮੈਂ ਤੈਨੂੰ ਕਿਵੇਂ ਕੌੜਾ ਬੋਲਣ ਦੇਵਾਂਗਾ। ਇਹ ਪਤਾਸਿਆਂ ਦਾ ਗੁਣ ਹੈ। ਉਸ ਤੋਂ ਬਾਅਦ ਫਿਰ ਪੰਜਵੀਂ ਚੀਜ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਿਵੇਂ ਬਾਣੀ ਵਿੱਚ 5 ਬਾਣੀਆਂ ਪੜ੍ਹੀਆਂ ਜਾਂਦੀਆਂ ਨੇ। ਪਹਿਲੀ ਹੈ ਜਪ ਜੀ, ਤੇ ਸਾਹਿਬ ਅਸੀਂ ਕੋਲੋਂ ਲਾਉਨੇ, ਉਹਦੀ ਬਾਣੀ ਦਾ ਨਾਮ ਹੈ ਜਪ। ਜਪ ਦਾ ਅਰਥ ਹੁੰਦਾ ਹੈ ਜਪਣਾ। ਕੀ ਜਪਣਾ? ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਮਹਾਰਾਜ ਕਹਿੰਦੇ ਕਿਵੇਂ ਜਪਣਾ? ਕਹਿੰਦੇ ਇੱਕ ਦੂ ਜੀ ਪਾਉ ਲੱਖ ਹੋਵੇ, ਲੱਖ ਹੋਵੇ, ਲੱਖ 20 ਲੱਖ ਲੱਖ ਗੇੜਾ ਆਖੀਐ, ਇੱਕ ਨਾਮ ਜਗਦੀਸ਼। ਇਹ ਜਪਣਾ ਹੈ। ਉਸ ਤੋਂ ਬਾਅਦ ਜਾਪ ਹੈ। ਨਮਸਤੰ ਕਾਲੇ, ਨਮਸਤੰ ਕਿਰਪਾਲੇ। ਜਪ ਕਰਨਾ ਪੈਂਦਾ ਹੈ, ਜਾਪ ਆਪਣੇ ਆਪ ਹੋ ਜਾਂਦਾ ਹੈ। ਜਾਪ ਉਹਨੂੰ ਕਹਿੰਦੇ ਜਿਹੜੇ ਆਪਣਾ ਆਪ ਹੋਵੇ। ਜਦੋਂ ਜਾਪ ਅੰਦਰ ਚੱਲ ਪੈਂਦਾ, ਫਿਰ ਵੈਰਾਗ, ਤੇ ਵੈਰਾਗ ਰੂਪੀ ਬਾਣੀ ਹੈ ਸਵਈਏ।
श्रावक शुद्ध समूह सिधान के देख फिरो कर जोग जति के सूर सुरारदन सुत सुधा दे सतगुरु में पाया हुण पैदा विशालता का प्रतीक बाटा निर्मलता का निर्माणता का प्रतीक जल मिठास का प्रतीक पतासे ते अकाल पुरख ते गुरु का प्रतीक है बाणी। ये पंज बाणियां पढ़ियां गईयां खंडा विच फेरिया गया ते पंज बाणियां पढ़दे फेरिया होया खंडा जिहड़ा है वो पतासियां नूं खंड खंड कर दिंदा है। खंडा इस गल दा प्रतीक है, खंडा मीरी ते पीरी दा प्रतीक है। दो धारा है ना, तलवार नूं एक धार हुंदी खंडे नूं दो, मीरी ते पीरी दा प्रतीक है खंडा। जद कोई शरण आवे उदों तो मीरी दा काम करे पीरी का कम करे। जे कोई मैदान में तलवार लैके आवे उदों तेरा खंडा पीरी की तलवार बन जाए, टुकड़े टुकड़े कर देवे, खंड खंड कर देने वाला खंडा हुंदा है। हुण महाराज ने अमृत का बाटा तैयार किया, ओ पंजे पीर आसन होए ने, पंजे पीर आसन होए। महाराज ने पंज चूड़े उन्होंने छकण वास्ते दिते ते आख्या कहो वाहिगुरू जी का खालसा वाहिगुरू जी की फतेह। ये फतेह भी वाहिगुरू की जड़ी तुहानू नसीब हुई है ते खालसा भी वाहिगुरू दा मेरा नहीं। पंज शीश विच पाए फिर उच्चारण किया, पंज नेत्रां विच पाए। अंदर का चूड़े इस गल दा संकेत ने कि तेरा अंदर केवल ते केवल अकाल पुरख अगे झुके, तेरा सिर शीश विच पाए चूड़े, तेरा गुरु दे अगे झुके, नेत्रां विच पाए। जिस संसार नूं लोकां ने विष आख्या जहर आख्या, गुरु अमरदास महाराज कहंदे हर का रूप है। तेनू ये संसार हर का बागरा नजर आवे, तेनू ये संसार परमात्मा का रूप नजर आवे। इस करके महाराज ने ये पंज चूड़े नेत्रां विच पाए। हुण जदों पंजां नूं अमृत छका दिता, महाराज कहंदे दया सिंह, धर्म सिंह, हिम्मत सिंह, मोहकम सिंह ते साहिब सिंह ये मेरे पंज प्यारे ने। कलगीधर पातशाह गुरु गोबिंद सिंह महाराज गोबिंद राय दे रूप विच अमृत छकण तो पहला उन्हां पंजां नूं जिन्हां नूं अंदर लैके गए सन, शीश अलादा कर दिते सन, उन्हां नूं प्यारिਆਂ दा खिताब देंदे ने ते मनुखता दे सामने पेश करदे ने। आखिरी कविता इस प्रसंग दी इहो कहंदा है
ओ वखरा ही बाणा दिता वखरी नोहार है देखे ते शीस पंजे ही बन गए सरदार है वखरा ही बाणा दिता वखरी नोहार है देखे ते शीस पंजे ही बन गए सरदार है ਹਿਰਦੇ ਵਿੱਚ ਧਾਰਨ ਕੀਤਾ ਵੀ ਹਿਰਦੇ ਵਿੱਚ ਧਾਰਨ ਕੀਤਾ ਸੱਚ ਦਾ ਉਪਦੇਸ਼ ਜੀ ਇਹਨੇ ਮੇਰੇ ਪੰਜ ਪਿਆਰੇ ਕਹਿੰਦੇ ਦਸਮੇਸ਼ ਜੀ ਇਹਨੇ ਮੇਰੇ ਪੰਜ ਪਿਆਰੇ ਮੁਸ਼ਕਲ ਦਰਵੇਸ਼ ਜੀ ਇਹਨੇ ਮੇਰੇ ਪੰਜ ਪਿਆਰੇ ਕਹਿੰਦੇ ਦਸਮੇਸ਼ ਜੀ ਇਹਨੇ ਮੇਰੇ ਪੰਜ ਪਿਆਰੇ ਵਡਿਆਈ ਹੈ ਕਹਿੰਦਾ ਸੱਚ ਨੂਰਪੁਰੀਏ ਜੀ ਕਹਿੰਦਾ ਸੱਚ ਨੂਰਪੁਰੀਏ ਜਗਤ ਦੀ ਸ਼ਾਨ ਹੈ ਇਹਨੇ ਮੇਰੇ ਪੰਜ ਪਿਆਰੇ ਕਹਿੰਦੇ ਦਸਮੇਸ਼ ਜੀ ਇਹਨੇ ਮੇਰੇ ਪੰਜ ਪਿਆਰੇ ਕਹਿੰਦੇ ਦਸਮੇਸ਼ ਜੀ ਇਹਨੇ ਮੇਰੇ ਪੰਜ ਪਿਆਰੇ गुरु गोबिंद सिंह महाराज कह के मेरे पंज प्यारे ने दया सिंह है, धर्म सिंह है, हिम्मत सिंह है, मोहकम सिंह ते साहिब हुण कई जने जान नूं तैयार बैठे सी, कई ते चले गए। वो कहंदे ने जे महाराज ने आही कुछ करना सी फिर ते असीं भी चले जाना सी, पर कौन जानदा सी गुरु की अगम बात नूं कौन जानदा है? अगमी खेड है ना, सतगुर दे कौतक कथ ने कथे नहीं जा सकदे, वो कथा निराली है। हुण कलगीधर पातशाह गुरु गोबिंद सिंह महाराज उन्हां पंजां दे अगे वीर आसन हो के कहण लगे, खालसा जी तुहानूं अकाल पुरख ने अमृत बख्शिश कीता है, तुसीं दास उत्ते किरपा करो मेरी झोली विच अमृत दी दात। जदों अमृत महाराज ने छकाया ना पंजां नूं, उदों इंज बुक करके जिहड़े अमृत छकिया जिन्हां ने उन्हां नूं पता होवेगा भी इंज बुक करके असीं पंजां प्यारिਆਂ दे कोलों अमृत लैंदे। कदे तुसीं वेखिआ असीं कहने भी अमृत बड़ा कीमती,
ਅੰਮ੍ਰਿਤ ਦੀ ਕੋਈ ਕੀਮਤ ਨਹੀਂ, ਅਣਮੁੱਲੀ ਦਾਤ ਹੈ। ਪਰ ਜਿਹੜੀ ਚੀਜ਼ ਕੀਮਤੀ ਹੋਵੇ ਉਹ ਬੰਦਾ ਹੱਥਾਂ ਵਿੱਚ ਚੁੱਕੀ ਫਿਰਦਾ। ਕਦੇ ਦੁੱਧ ਵੀ ਕਿਸੇ ਨੇ ਬੁੱਕ ਵਿੱਚ ਪਾ ਕੇ ਪੀਤਾ, ਪਾਣੀ ਤੇ ਪੀਤਾ ਹੋਵੇਗਾ ਕਈ ਵਾਰ। ਕਦੇ ਕਿਸੇ ਨੇ ਦੁੱਧ ਵੀ ਪੀਤਾ ਹੈ? ਕਦੇ ਨਹੀਂ। ਟੂਟੀ ਤੋਂ ਪਾਣੀ ਦਾ ਬੁੱਕ ਭਰ ਕੇ ਤੇ ਪੀ ਲੈਂਦਾ ਹੈ ਬੰਦਾ, ਨਲਕਿਆਂ ਤੋਂ ਪੀਂਦਾ ਸੀ। ਪਰ ਹੱਥਾਂ ਵਿੱਚ ਪਾ ਕੇ ਕਦੇ ਕਿਸੇ ਨੇ ਦੁੱਧ ਦੀਆਂ ਚੂੜੀਆਂ ਭਰੀਆਂ ਨਹੀਂ। ਕਿਉਂਕਿ ਦੁੱਧ ਕੀਮਤੀ ਹੈ, ਦੁੱਧ ਪੈਕਟਾਂ ਵਿੱਚ ਵਿਕਦਾ ਹੈ। ਪਾਣੀ ਤੇ ਟੂਟੀ ਤੋਂ ਭਰ ਲਵਾਂਗੇ, ਪਾਣੀ ਦੁੱਧ ਦੀਆਂ ਟੂਟੀਆਂ ਨਹੀਂ ਚੱਲਦੀਆਂ। ਪਾਣੀ ਦੇ ਦਰਿਆ ਚੱਲਦੇ ਨੇ, ਦੁੱਧ ਦੇ ਦਰਿਆ ਨਹੀਂ ਚੱਲਦੇ। ਫਿਰ ਅੰਮ੍ਰਿਤ ਤੇ ਉਸ ਤੋਂ ਵੀ ਕੀਮਤੀ, ਅੰਮ੍ਰਿਤ ਦੀ ਤੇ ਕੀਮਤ ਹੀ ਕੋਈ ਨਹੀਂ। ਫਿਰ ਮਹਾਰਾਜ ਨੇ ਬੁੱਕ ਵਿੱਚ ਹੱਥਾਂ ਵਿੱਚ ਕਿਉਂ ਦਿੱਤਾ? ਇਸ ਫਿਲਾਸਫੀ ਨੂੰ ਕਦੇ ਸਮਝਿਆ? ਅਸਲ ਵਿੱਚ ਜਦੋਂ ਅਸੀਂ ਬੁੱਕ ਬਣਾਉਂਦੇ ਹਾਂ ਉਦੋਂ ਸਾਡੇ ਹੱਥ ਦੀਆਂ 10 ਉਂਗਲਾਂ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ, ਵਿੱਥ ਮਿਟ ਜਾਂਦੀ ਹੈ। ਮਹਾਰਾਜ ਨੇ ਸਿੱਖ ਨੂੰ ਆਖਿਆ, ਸਿੱਖਾ ਜਿਵੇਂ ਇਹ ਹੱਥ ਦੀਆਂ ਉਂਗਲਾਂ ਨੇ ਵਿੱਥ ਮਿਟਾ ਲਈ, ਇਵੇਂ ਤੂੰ ਵੀ ਵਿੱਥ ਮਿਟਾ ਲਈ। ਤੇਰੇ ਵਿੱਚ ਇਹ ਨਾ ਹੋਵੇ ਇਹ ਨਾਈ ਹੈ, ਇਹ ਸ਼ੀਮਾ ਹੈ, ਜੱਟ ਹੈ, ਚਮਾਰ ਹੈ, ਇਹ ਵਿੱਥ ਮਿਟਾ ਦੇਈ। ਮਹਾਰਾਜ ਕਹਿੰਦੇ ਜੇ ਵਿੱਥ ਨਾ ਮਿਟੀ, ਮਹਾਰਾਜ ਦੀ ਬਾਣੀ ਦਾ ਬਚਨ ਹੈ, ਕਰਮ ਅੰਮ੍ਰਿਤ ਆਣ ਨੇ ਸਾਰਿਓ ਖਿਸਰ ਗਇਓ ਭੂਮ ਪਰ ਡਾਰਿਓ। ਜੇ ਵਿੱਥ ਨਾ ਮਿਟੀ ਤੇ ਹੱਥਾਂ ਵਿੱਚ ਪਾਇਆ ਅੰਮ੍ਰਿਤ ਡੁੱਲ ਜਾਵੇਗਾ। ਜੇ ਤੇਰੇ ਵਿੱਚ ਜਾਤ ਪਾਤ ਦੀ ਵਿੱਥ ਨਾ ਮਿਟੀ ਤੇ ਤੇਰੇ ਹਿਰਦੇ ਵਿੱਚ ਗਿਆ ਹੋਇਆ ਅੰਮ੍ਰਿਤ ਵੀ ਕੋਈ ਕੰਮ ਨਹੀਂ ਕਰੇਗਾ, ਦਿਖਾਵਾ ਬਣ ਕੇ ਰਹਿ ਜਾਵੇਗਾ। ਮਹਾਰਾਜ ਨੇ ਉਹਨਾਂ ਪੰਜਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਮੰਗੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਪੰਜ ਪਿਆਰੇ ਕਹਿਣ ਲੱਗੇ, ਸਤਿਗੁਰੂ ਤੁਸੀਂ ਕਿਰਪਾ ਕੀਤੀ ਹੈ, ਸਾਨੂੰ ਇਹ ਮਾਣ ਬਖਸ਼ਿਆ, ਪਰ ਅਸੀਂ ਅੰਮ੍ਰਿਤ ਲੈਣ ਤੋਂ ਪਹਿਲਾਂ ਸੀਸ ਦਿੱਤੇ ਨੇ, ਤੁਸੀਂ ਕੀ ਦਿਓਗੇ? ਉਨ ਤੇ ਅਸੀਂ ਕਹਿੰਦੇ ਅੰਮ੍ਰਿਤ ਦੀ ਕੀਮਤ ਨਹੀਂ, ਤੁਸੀਂ ਕੀ ਦਿਓਗੇ? ਮਹਾਰਾਜ ਕਹਿੰਦੇ ਮੈਂ ਵੀ ਸੀਸ ਦਿਆਂਗਾ। ਮਹਾਰਾਜ ਫਿਰ ਤੇ ਸਿੱਖ ਤੇ ਗੁਰੂ ਦੇ ਵਿੱਚ ਭੇਦ ਨਹੀਂ ਰਿਹਾ। ਮਹਾਰਾਜ ਕਹਿੰਦੇ ਭੇਦ ਤੇ ਮੈਂ ਰਹਿਣ ਹੀ ਨਹੀਂ ਦਿੱਤਾ। ਇਹ ਗੁਰੂ ਨਾਨਕ ਦੇ ਘਰ ਦੀ ਫਿਲਾਸਫੀ ਹੈ। ਲੈਣੇ ਸੇ ਅੰਗਤ ਕੀਆ, ਅੰਗਤ ਸੇ ਅੱਲਾ ਕਰ ਦਿਆ। ਆਪੇ ਗੁਰਚੇਲਾ ਕੇਵਲ ਗੁਰੂ ਘਰ ਦਾ ਸਦਾ। ਮਹਾਰਾਜ ਕਹਿੰਦੇ ਭੇਦ ਤੇ ਮੈਂ ਰਹਿਣ ਨਹੀਂ ਦਿੱਤਾ। ਕਹਿਣ ਲੱਗੇ ਮੈਂ ਤੇ ਕਰ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋ ਸਤ ਸਤ ਸੰਗਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਅਰ ਪ੍ਰਾਨ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਤਿ ਸ੍ਰੀ ਅਕਾਲ। ਮਹਾਰਾਜ ਕਹਿੰਦੇ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਤੇ ਪਰਮਾਤਮਾ ਦੀ ਮੌਜ ਵਿੱਚ ਪ੍ਰਗਟ ਹੋਇਆ ਹੈ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਨੇ ਤੇ ਫਿਰ ਗੋਬਿੰਦ ਰਾਏ ਦੇ ਨਾਮ ਦੇ ਨਾਲ ਗੋਬਿੰਦ ਸਿੰਘ ਸ਼ਬਦ ਜੁੜਦਾ। ਸਿੰਘ ਸ਼ਬਦ ਫਿਰ ਜੁੜਦਾ ਹੈ, ਇਹ ਗੁਰੂ ਦਾ ਦਿੱਤਾ ਹੋਇਆ ਸ਼ਬਦ ਹੈ ਸਿੰਘ ਜਿਹੜਾ ਹੈ। ਆਓ ਇੱਕ ਵਾਰ ਖਾਲਸੇ ਦੀ ਪਾਵਨ ਪਵਿੱਤਰ ਕਮਾਈ ਦਾ ਗੁਰੂ ਅਤੇ ਖਾਲਸੇ ਦੀ ਪਾਵਨ ਪਵਿੱਤਰ ਕਮਾਈ ਦਾ ਤਰੋ ਧਿਆਨ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਜਦ ਕਦੇ ਮਾਂ ਝਿੜਕਦੀ ਏ ਪੁੱਤਰ ਨੂੰ, ਮਾਂ ਥੱਪੜ ਮਾਰਦੀ ਏ, ਪਰ ਜਦੋਂ ਗੁਰੂ ਝਿੜਕਦਾ ਗੁਰੂ ਥੱਪੜਾ ਦਿੰਦਾ ਹੈ। ਹੁਣ ਇਹ ਫੈਸਲਾ ਤੁਸੀਂ ਕਰਨਾ ਹੈ, ਮਾਂ ਦੀਆਂ ਝਿੜਕਾਂ ਖਾਣੀਆਂ ਕਿ ਗੁਰੂ ਦਾ ਥਾਪੜਾ ਲੈਣਾ। ਗੁਰੂ ਦੇ ਥਾਪੜੇ ਵਿੱਚ ਬਰਕਤ ਹੈ। ਜੇ ਗੁਰ ਝਿੜਕਾ ਤਾਂ ਮਿੱਠਾ ਲੱਗਦਾ, ਜੇ ਗੁਰੂ ਝਿੜਕਦਾ ਤਾਂ ਗੁਰੂ ਦੀ ਝਿੜਕ ਵਿੱਚ ਵੀ ਮਿਠਾਸ ਹੁੰਦੀ ਹੈ। ਆਓ ਗੁਰੂ ਦੀ ਰਹਿਮਤ ਦੇ ਪਾਤਰ ਬਣੀਏ। ਆਪ ਸਾਰੀ ਸੰਗਤ ਨੂੰ ਖਾਲਸਾ ਜੀ ਦੇ ਸਿਰਜਣਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹੋਇਆ ਖਿਮਾ ਦਾ ਜਾਚਕਾਂ ਭੁੱਲਾਂ ਚੁੱਕਾਂ ਦੀ ਖਿਮਾ, ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਅਤੀ ਸਤਿਕਾਰਯੋਗ ਬਾਬਾ ਸੁਰਿੰਦਰ ਸਿੰਘ ਜੀ ਜੋ ਕਿ ਇਸ ਸਥਾਨ ਦੇ ਰੂਹੇ ਰਵਾਂ ਨੇ, ਜਿਨ੍ਹਾਂ ਦੇ ਵੱਲੋਂ ਬੇਹੱਦ ਮਾਣ ਪਿਆਰ ਝੋਲੀ ਦੇ ਵਿੱਚ ਪਾਇਆ ਗਿਆ। ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਕਰਦਾ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਆਮ ਸਥਾਨਾਂ ਤੇ ਜਾਈਦਾ ਕਿ ਪ੍ਰੋਗਰਾਮ ਕਿਤੇ ਚੱਲਦਾ ਹੁੰਦਾ ਹੈ ਤੇ ਪ੍ਰਬੰਧਕ ਕਿਤੇ ਬੈਠੇ ਹੁੰਦੇ ਨੇ, ਪਰ ਬਾਬਾ ਜੀ ਸੰਗਤ ਦੇ ਵਿੱਚ ਬੈਠ ਕੇ ਸੁਣਦੇ ਰਹੇ। ਪਹਿਲਾਂ ਵੀ ਜੱਥਿਆਂ ਨੂੰ ਸੁਣਿਆ ਤੇ ਸਾਡੇ ਵੀ ਧੰਨ ਭਾਗ ਹੈ, ਸਾਨੂੰ ਵੀ ਸੁਣਿਆ ਇਹਨਾਂ ਨੇ। ਤਹਿ ਦਿਲੋਂ ਧੰਨਵਾਦ ਕਰਦਾ, ਚੜ੍ਹਦੀ ਕਲਾ ਦੀ ਅਰਦਾਸ ਕਰਦਾ। ਵੀਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਆਪ ਸੰਗਤ ਦਾ ਹੁਕਮ ਮੇਰੇ ਤੱਕ ਪਹੁੰਚਾਇਆ, ਸਟੇਜ ਸਕੱਤਰ ਸਾਹਿਬ, ਹੋਰ ਜਿੰਨੀ ਵੀ ਸੰਗਤ ਹੈ, ਸਾਰੀ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ ਤੇ ਜਿਹੜੇ ਸਾਡੇ ਵੀਰ ਭੈਣਾਂ ਭਰਾ ਲੰਮੇ ਸਮੇਂ ਤੋਂ ਹੱਕ ਅਤੇ ਸੱਚ ਦੀ ਲੜਾਈ ਲੜਦਿਆਂ ਹੋਇਆਂ ਬਾਰਡਰਾਂ ਦੇ ਉੱਤੇ ਬੈਠੇ ਨੇ, ਉਹਨਾਂ ਦੀ ਜਿੱਤ ਦੀ ਕਾਮਨਾ ਕਰਦਾ ਹੋਇਆ, ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ ਤੁਹਾਡੇ ਕੋਲੋਂ ਖਿਮਾ ਦਾ ਜਾਚਕਾਂ ਕੋਟਾਨ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਦੌਲਤ ਆਪਾਂ ਸਾਰੇ ਜੁੜ ਬੈਠੇ ਹਾਂ। ਗੁਰੂ ਘਰ ਦੇ ਗ੍ਰੰਥੀ ਸਿੰਘ, ਪਾਠੀ ਸਿੰਘ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਚੁੱਕਾਂ ਦੀ ਖਿਮਾ ਦੀ ਜਥਾ ਤੁਹਾਡਾ ਆਪਣਾ ਦਾਸ ਜਤਿੰਦਰ ਸਿੰਘ ਨੂਰਪੁਰੀ, ਪਿੰਡ ਨੂਰਪੁਰ, ਚੱਠਾ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ। ਜਥੇ ਦੇ ਅੰਦਰ ਉਸਤਾਦ ਢਾਡੀ ਗਿਆਨੀ ਦਰਸ਼ਨ ਸਿੰਘ ਬੱਲ, ਮੁੱਲਾਂਪੁਰ, ਲੁਧਿਆਣਾ। ਢਾਡੀ
ਗੁਰਚਰਨ ਸਿੰਘ ਚੰਨ ਹਰਦੁੱਤ ਵਾਲਾ ਜਲੰਧਰ, ਸਰੰਗੀ ਮਾਸਟਰ ਸਰਜੀਤ ਸਿੰਘ ਚੜਿਕ ਮੋਗਾ, ਆਪ ਸੰਗਤਾਂ ਦੇ ਪਾਸੋਂ ਅਸੀਸ ਮੰਗਦੇ ਹਾਂ ਜੀ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਹਿਬ ਸੋ ਮੇਲ। ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਿੱਖ ਪੰਥ ਦੇ ਉੱਘੇ ਰਾਗੀ ਢਾਡੀ, ਜੋ ਕਿ